ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਇੱਕ ਗਾਣਾ ਆਇਆ ਸੀਗਾ, ਕੋਈ ਚੱਜ ਦਾ ਲੱਭ ਬਹਾਨਾ ਜੇ ਸਾਨੂੰ ਛੱਡਣਾ ਚਾਹੁੰਦਾ। ਉਹਦੇ ਵੈਸੇ ਛੱਡਣਾ ਚਾਹੁੰਦੀ ਸੀਗੀ, ਪਰ ਮੈਂ ਕਹਿੰਦਾ ਛੱਡਣਾ ਚਾਹੁੰਦਾ। ਬਹਾਨੇ ਲੱਭਦੀ ਆ ਸਿਆਸਤ, ਜਦੋਂ ਪੱਲਾ ਛਡਾਉਣਾ ਹੁੰਦਾ ਅਤੇ ਉਦੋਂ ਬਹਾਨੇ ਸਿਆਸਤ ਇਸ ਤਰੀਕੇ ਨਾਲ ਤਿਆਰ ਕਰਦੀ ਹੈ ਕਿ ਜਦੋਂ ਰਿਜ਼ਲਟ ਆਵੇ ਤਾਂ ਉਹ ਬਹਾਨਾ ਜਿਹੜਾ ਉਹ ਸੱਚਾ ਲੱਗਣ ਲੱਗ ਪਵੇ। ਇਹੋ ਜਿਹੀਆਂ ਗੱਲਾਂ ਸੱਥਾਂ ਦੇ ਵਿੱਚ ਗੂੰਜਦੀਆਂ ਹੈਗੀਆਂ। ਮੈਂ ਨਹੀਂ ਕਹਿ ਰਿਹਾ ਕਿ ਇੱਥੋਂ ਦੀ ਸਿਆਸਤ ਇਹ ਕੁਛ ਕਰਦੀ ਪਈ ਹੈ, ਪਰ ਇਹੋ ਜਿਹੀਆਂ ਚਰਚਾਵਾਂ ਛਿੜੀਆਂ ਹੋਈਆਂ ਕਿ ਹੁਣ ਬਹਾਨਾ ਲੱਭਿਆ ਜਾ ਰਿਹਾ, ਜੇ ਕੁਛ ਘੱਟ ਵੱਧ ਗਿਆ ਜਾਂ ਜਿਹੜਾ ਸਰਵੇ ਹੈਗਾ ਉਲਟ ਪੁਲਟ ਹੋ ਗਿਆ ਤਾਂ ਫਿਰ ਕੋਈ ਬਹਾਨਾ ਮਿਲ ਜਾਵੇ ਆਪਦੇ ਆਪ ਨੂੰ ਸੇਵ ਕਰਨ ਦਾ। ਸਿਆਸਤ ਇਹੋ ਜਿਹਾ ਸਭ ਕੁਛ ਕਰਦੀ ਪਈ ਹੈ। ਪਰ ਹੁਣ ਸਾਡੇ ਸਾਹਮਣੇ ਇੱਕ ਚਿੱਠੀ ਆਈ ਹੈ, ਇਹ ਆਮ ਆਦਮੀ ਪਾਰਟੀ ਲਿਖੀ ਹੈ। ਇਹ ਬਹਾਨਾ ਹੈ ਜਾਂ ਸੱਚ ਹੈ, ਉਹ ਜਿਹੜੇ ਪੈਨਲਿਸਟ ਹੈ ਉਹਨਾਂ ਸਮਝਣ ਦੀ ਕੋਸ਼ਿਸ਼ ਕਰ। ਇਲੈਕਸ਼ਨ ਕਮਿਸ਼ਨ ਚਿੱਠੀ ਲਿਖੀ ਗਈ ਹੈ। ਹਾਲਾਂਕਿ ਕਈ ਜਗ੍ਹਾ ਤੋਂ ਇਹ ਖਬਰਾਂ ਆਈਆਂ ਨੇ ਕਿ ਜਿਹੜੀ 3 ਲੇਅਰ ਸਿਕਿਉਰਿਟੀ ਹੈਗੀ ਹੈ ਉਹ ਨਹੀਂ ਪ੍ਰੋਵਾਈਡ ਕੀਤੀ ਗਈ EVM ਦੇ ਵਾਸਤੇ, ਜਿਹੜੇ ਸਟਰੋਂਗ ਰੂਮ ਬਣਾਏ ਗਏ ਹੈ। ਇਹੋ ਜਿਹੀਆਂ ਖਬਰਾਂ ਆਈਆਂ ਸੀਗੀਆਂ। ਉਸ ਤੋਂ ਬਾਅਦ ਕਿੰਨਾ ਐਕਸ਼ਨ ਲੈ ਕੇ ਆ, ਇਹ ਚਿੱਠੀ ਦੀ ਜ਼ਰੂਰਤ ਹੈ ਸੀ ਕਿ ਨਹੀਂ ਹੈ ਸੀ, ਇਹ ਸਾਰੇ ਸਵਾਲ ਹੁਣੇ ਲਾਜ਼ਮੀ ਹੈਗੇ ਆ। ਜੇ ਆਮ ਆਦਮੀ ਪਾਰਟੀ ਬੋਲਦੀ ਪਈ ਹੈ ਤੇ ਬਾਕੀ ਧਿਰਾਂ ਕਿਉਂ ਨਹੀਂ ਬੋਲਦੀਆਂ ਪਈਆਂ, ਸਵਾਲ ਇਹ ਵੀ ਹੋਣਾ ਚਾਹੀਦਾ। EVM ਬਹਾਨੇ ਕਿਸ ਦੇ ਕੀ ਨਿਸ਼ਾਨ? ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛਾਂਗੇ, ਸਰਹੱਦੀ ਸੂਬੇ ਪੰਜਾਬ 'ਚ ਸੁਰੱਖਿਆ ਦਾ ਮੁੱਦਾ ਸਿਆਸਤ ਮੁੱਕਣ ਕਿਉਂ ਨਹੀਂ ਦਿੰਦੀ ਹੈ? ਸਾਰਾ ਸੁਰੱਖਿਆ ਨਾਲ ਮੁੱਦਾ ਜੁੜਿਆ ਹੋਇਆ ਤੇ ਬਹੁਤ ਦਿਨਾਂ ਤੋਂ ਇਹ ਮੁੱਦਾ ਵਾਰ-ਵਾਰ ਚੁੱਕਿਆ ਜਾਂਦਾ, ਚਾਹੇ ਉਹ EVM ਦਾ ਬਹਾਨਾ ਹੋਵੇ, ਚਾਹੇ ਉਹ ਬਾਰਡਰ ਸਿਕਿਉਰਿਟੀ ਦਾ ਮਾਮਲਾ ਹੋਵੇ, BSF ਦੀ ਗੱਲ ਹੋਵੇ। ਬਹੁਤ ਸਾਰੇ ਸਵਾਲ ਚੁੱਕੇ ਜਾ ਰਹੇ ਆ। PM ਦੀ ਸਿਕਿਉਰਿਟੀ ਦਾ ਮੁੱਦਾ ਹੋਵੇ, ਚਾਹੇ ਬਹੁਤ ਸਾਰੇ ਸਵਾਲ ਆ ਪੰਜਾਬ ਚੁੱਕੇ ਗਏ ਤੇ ਸਿਆਸਤ ਇਹਨਾਂ ਸਵਾਲਾਂ ਨੂੰ ਮੁੱਕਣ ਨਹੀਂ ਦੇ ਰਹੀ। ਤੇ ਵੱਡਾ ਸਵਾਲ ਇਹੀ ਪੁੱਛ ਰਹੇ ਅਸੀਂ ਤੇ ਜਿਹੜਾ ਪੈਨਲ ਸਾਡੇ ਨਾਲ ਮੌਜੂਦ ਹੈਗਾ ਉਹਨਾਂ ਦਾ ਤਾਰਫ ਕਰਾਉਣਾ ਤੇ ਉਸ ਤੋਂ ਬਾਅਦ ਡਿਬੇਟ ਸ਼ੁਰੂ ਕਰਾਂਗੇ। ਡਾਕਟਰ ਮੁਹੰਮਦ ਖਾਲਿਦ ਪੋਲੀਟੀਕਲ ਐਨਲਿਸਟ ਨੇ। ਡਾਕਟਰ ਮੁਹੰਮਦ ਖਾਲਿਦ EVM ਬਾਰੇ ਉਹਨਾਂ ਕੁਛ ਨਹੀਂ ਬੋਲਣਗੇ ਜਿੰਨਾ EVM ਦੇ ਬਹਾਨੇ ਦੇ ਸਹਾਰੇ ਪੂਰੀ ਪੋਲਿਟਿਕਸ ਕੀਤੀ ਜਾ ਰਹੀ ਹੈ, ਉਸ ਬਾਬਤ ਮੈਨੂੰ ਲੱਗਦਾ ਇਹਨਾਂ ਨੂੰ ਸਭ ਕੁਝ ਪਤਾ ਹੈਗਾ। ਡਾਕਟਰ ਮੁਹੰਮਦ ਖਾਲਿਦ ਸਰ ਤੁਹਾਡਾ ਬਹੁਤ ਸਵਾਗਤ ਹੈ ਪੋਲੀਟੀਕਲ ਐਨਲਿਸਟ ਨੇ। ਡਾਕਟਰ ਬੂਟਾ ਸਿੰਘ ਵੈਰਾਗੀ ਕਾਂਗਰਸ ਸਪੋਕਸਪਰਸਨ ਹੈ। ਡਾਕਟਰ ਬੂਟਾ ਸਿੰਘ ਵੈਰਾਗੀ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦੀ ਪਾਰਟੀ ਦਾ ਸਟੈਂਡ ਕੀ ਹੈਗਾ, ਕਿਉਂਕਿ ਇਹ ਬਿਆਨ ਅੱਜ ਰਿਕਾਰਡ ਕਰ ਲੈਣੇ ਮੈਂ 10 ਮਾਰਚ ਨੂੰ ਇਹਨਾਂ ਨੂੰ ਕੱਲਾ ਬਿਆਨ ਇਹ ਸੁਣਨਾ ਪਊਗਾ ਦੁਬਾਰਾ। ਡਾਕਟਰ ਬੂਟਾ ਸਿੰਘ ਵੈਰਾਗੀ ਤੁਹਾਡਾ ਬਹੁਤ ਸਵਾਗਤ ਹੈ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਇਹਨਾਂ ਨੇ ਲੰਬੀ ਚੌੜੀ ਚਿੱਠੀ ਲਿਖੀ ਹੈ, ਅੰਗਰੇਜ਼ੀ ਵਿੱਚ, ਹੋ ਸਕਦਾ ਤੁਹਾਨੂੰ ਸਮਝ ਨਾ ਆਵੇ, ਹੋ ਸਕਦਾ ਮੈਨੂੰ ਵੀ ਸਮਝ ਨਾ ਆਈ ਹੋਵੇ। ਅਹਿਬਾਬ ਸਿੰਘ ਗਰੇਵਾਲ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਚਿੱਠੀ ਵਿੱਚ ਲਿਖਿਆ ਕੀ ਕੁਛ ਹੈਗਾ। ਅਹਿਬਾਬ ਸਿੰਘ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ। ਅਮਨਜੋਤ ਕੌਰ ਰਾਮੂਵਾਲੀਆ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ ਤੇ ਅਮਨਜੋਤ ਕੌਰ ਰਾਮੂਵਾਲੀਆ ਹਲੇ ਧਿਰ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਟੈਂਡ ਬਾਰੇ ਕੀ ਸੋਚਦੀ ਹੈ, ਇੱਕ ਵੱਖਰਾ ਸਵਾਲ ਹੈ। ਪਰ ਭਾਰਤੀ ਜਨਤਾ ਪਾਰਟੀ EVM ਦੀ ਸੁਰੱਖਿਆ ਨੂੰ ਲੈ ਕੇ, ਕਿਉਂਕਿ ਸਿਕਿਉਰਿਟੀ ਦਾ ਮੁੱਦਾ ਜਿੰਨਾ ਜ਼ੋਰ ਸ਼ੋਰ ਨਾਲ ਇਹਨਾਂ ਨੇ ਚੁੱਕਿਆ ਸੀਗਾ, ਸ਼ਾਇਦ ਉਸੇ ਲਾਈਨ ਨੂੰ ਕਿਤੇ ਆਮ ਆਦਮੀ ਪਾਰਟੀ ਅੱਗੇ ਤਾਂ ਨਹੀਂ ਵਧਾ ਰਹੀ। ਅਮਨਜੋਤ ਕੌਰ ਰਾਮੂਵਾਲੀਆ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਮਨਜੋਤ ਕੌਰ ਰਾਮੂਵਾਲੀਆ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਅਹਿਬਾਬ ਸਿੰਘ ਗਰੇਵਾਲ ਤੁਹਾਨੂੰ ਕਰਾਂਗਾ। ਅਹਿਬਾਬ ਸਿੰਘ ਗਰੇਵਾਲ ਬਹੁਤ ਸੰਖੇਪ ਵਿੱਚ ਜਵਾਬ ਦਿਓ, ਸੁਰੱਖਿਆ ਦਾ ਮੁੱਦਾ ਮੁੱਕਣ ਨਹੀਂ ਦੇਣਾ, ਬਹਾਨਾ ਚਾਹੇ ਜਿਹੜਾ ਮਰਜ਼ੀ ਹੋਵੇ। ਬਹਾਨਾ ਨਹੀਂ ਸਰ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈਆਂ ਦਊਂਗਾ ਇਲੈਕਸ਼ਨ ਕਮਿਸ਼ਨ ਨੂੰ ਤੇ ਪ੍ਰਸ਼ਾਸਨ ਨੂੰ ਕਿ ਬਾਏ ਐਂਡ ਲਾਰਜ ਉਹਨਾਂ ਨੇ ਪੀਸਫੁਲ ਇਲੈਕਸ਼ਨਸ ਤੇ ਵਧੀਆ ਇਲੈਕਸ਼ਨਸ ਕਰਾਈਆਂ। ਸਾਡਾ ਮੁੱਦਾ ਇਹ ਹੈ, ਜਿਹੜੀ ਆ ਲੈਟਰ ਲਿਖੀ ਹੈ ਇਹਦੇ 'ਚ ਅਸੀਂ 4-5 ਇੰਸਟੈਂਸਸ ਪੁਆਇੰਟ ਆਊਟ ਕੀਤੇ ਹੈ। ਚਿੱਠੀ ਲਿਖਣ ਦੀ ਲੋੜ ਤਾਂ ਪਈ ਸਰ ਕਿ 3-4 ਦਿਨਾਂ ਤੋਂ ਅਸੀਂ 20 ਤਰੀਕ ਤੋਂ ਬਾਅਦ ਅਸੀਂ ਇੰਸਟੈਂਸਸ ਕਮੀਆਂ ਅਸੀਂ ਪੁਆਇੰਟ ਆਊਟ ਕੀਤੀਆਂ ਤੇ ਅਸੀਂ ਐਜ਼ ਅ ਡੈਮੋਕ੍ਰੈਟਿਕ ਪਾਰਟੀ ਅਸੀਂ ਰਾਈਟ ਵੀ ਰੱਖਦੇ ਹਾਂ ਤੇ ਡਿਊਟੀ ਵੀ ਹੈ ਕਿ ਜਿੱਥੇ ਜਿੱਥੇ ਜੇ CCTV ਕਵਰੇਜ ਨਾ ਹੋਵੇ ਜਾਂ ਪੈਰਾਮਿਲਟਰੀ ਫੋਰਸਿਸ ਨਾ ਹੋਣ ਜਾਂ 3 ਟੀਅਰ ਸਿਕਿਉਰਿਟੀ ਕਵਰ ਨਾ ਹੋਵੇ ਤੇ ਉਹ ਲੋਕਾਂ ਦਾ ਜਿਹੜਾ ਮੈਂਡੇਟ ਹੈ ਉਹਨੂੰ ਸੁਰੱਖਿਅਤ ਰੱਖਣ ਦੀ ਡਿਊਟੀ ਹੈ। ਐਂਡ ਕਿਉਂਕਿ ਅਸੀਂ ਇੱਕ ਚੁਣਾਵੀ ਪਾਰਟੀ ਹਾਂ, ਸਾਡੀ ਵੀ ਡਿਊਟੀ ਬਣਦੀ ਹੈ ਕਿ ਜਿਹੜੀਆਂ ਕਮੀਆਂ ਨੇ ਅਸੀਂ ਪੁਆਇੰਟ ਆਊਟ ਕਰੀਏ ਤੇ ਇਹ ਅਸੀਂ ਚਿੱਠੀ ਇਸ ਸੰਦਰਭ 'ਚ ਲਿਖੀ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਜਿੱਥੇ ਕਮੀਆਂ ਨੇ ਉਹ ਪੁਆਇੰਟ ਆਊਟ ਕਰ ਦਈਏ ਤਾਂ ਕਿ ਉਹ ਪੂਰੀਆਂ ਕੀਤੀਆਂ ਜਾਣ। ਇਹਦੇ ਪਿੱਛੇ ਲੰਬੀ ਚੌੜੀ ਕੋਈ ਸਿਆਸਤ ਦੀ ਕਹਾਣੀ ਨਹੀਂ ਹੈ KP ਜੀ, ਨਾ ਹੀ ਕੋਈ ਬਹਾਨਾ ਹੈ ਕਿ ਅੱਗੇ ਬਾਅਦ 'ਚ ਰਿਜ਼ਲਟ ਦਾ ਕੁਝ ਕੀਤਾ ਜਾਊਗਾ। ਮੈਂ ਤੁਹਾਨੂੰ ਕਹਿ ਰਿਹਾ ਕਿ ਇਲੈਕਸ਼ਨ ਕਮਿਸ਼ਨ ਹੈਜ਼ ਬੀਨ ਫੇਅਰ, ਪ੍ਰਸ਼ਾਸਨ ਹੈਜ਼ ਹੈਲਡ ਗੁੱਡ ਇਲੈਕਸ਼ਨਸ, ਪਰ ਜਿਹੜੀਆਂ ਕਮੀਆਂ ਨੇ ਜਿਵੇਂ ਅਸੀਂ ਸ਼ਾਮ 84 ਲਾ ਲਓ, ਕਪੂਰਥਲੇ ਲਾ ਲਓ, ਜਲੰਧਰ ਲਾ ਲਓ, ਪਟਿਆਲੇ ਲਾ ਲਓ, ਉਹ ਕਮੀਆਂ ਅਸੀਂ ਪੁਆਇੰਟ ਆਊਟ ਕੀਤੀਆਂ ਨੇ ਤੇ ਅਸੀਂ ਕਿਹਾ ਕਿ ਉਹ ਕਮੀਆਂ ਨੂੰ ਖਤਮ ਕਰ ਦਿਓ ਜੀ ਤਾਂ ਕਿ ਕਿਸੇ ਦੇ ਮਨ 'ਚ ਕਿਸੇ ਤਰੀਕੇ ਦਾ ਕੋਈ ਡਾਊਟ ਨਾ ਹੋਵੇ। ਸਾਡਾ ਹੱਕ ਵੀ ਬਣਦਾ ਤੇ ਸਾਡੀ ਡਿਊਟੀ ਵੀ ਹੈ ਜੀ। ਨਹੀਂ ਚਲੋ ਤੁਸੀਂ ਬਹਾਨੇ ਵਾਲਾ ਸਵਾਲ ਮੇਰਾ ਫੜ ਲਿਆ ਚੰਗੀ ਤਰ੍ਹਾਂ ਅਹਿਬਾਬ ਜੀ। ਅਹਿਬਾਬ ਜੀ ਸਵਾਲ ਇਹ ਹੈਗਾ, ਜੇ EVM ਵਾਲਾ ਸਵਾਲ ਤੁਸੀਂ ਚੱਕਦੇ ਪਿਓ ਸਟਰੋਂਗ ਰੂਮ ਵਾਲਾ, ਬਾਕੀ ਪਾਰਟੀਆਂ ਸੁੱਤੀਆਂ ਪਈਆਂ ਕਿ ਉਹਨਾਂ ਨੂੰ ਕੁਝ ਆ ਨਹੀਂ ਰਿਹਾ? ਆਮ ਆਦਮੀ ਪਾਰਟੀ ਸਰਕਾਰ ਆ ਰਹੀ ਹੈ ਇਸ ਲਈ ਰੋਲਾ ਪੈ ਰਿਹਾ। ਅਹਿਬਾਬ ਜੀ
ਦੇਖੋ ਜੀ, ਜੋ ਵੀ ਆਉਣਾ ਲੋਕ ਫੈਸਲਾ ਕਰ ਚੁੱਕੇ ਹੈ, ਮਸ਼ੀਨਾਂ 'ਚ ਸਭ ਕੁਝ ਬੰਦ ਹੈ। ਬਾਕੀ ਪਾਰਟੀਆਂ ਕੀ ਨਹੀਂ ਕਰ ਰਹੀਆਂ, ਉਹਦੇ ਜਵਾਬਦੇਹੀ ਬਾਕੀ ਪਾਰਟੀਆਂ ਦੀ ਹੋਊਗੀ। ਇਹ ਤਾਂ ਸਾਰੇ ਮੰਨਣਗੇ ਕਿ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਮੋਰ ਔਰ ਲੈਸ ਫੇਅਰ ਕਰਾ ਲਈ। ਹੁਣ ਆਪਾਂ ਹਲਕਾ ਜਿਹਾ ਵੀ ਕੋਈ ਤਰੀਕੇ ਦਾ ਸ਼ੱਕ ਕਿਉਂ ਰਹਿਣ ਦੇਣਾ? ਜੇ ਮਾੜੀ ਮੋਟੀ ਕੋਈ ਡਾਊਟ ਹੈਗਾ ਉਹਨੂੰ ਕਲੀਅਰ ਕਰ ਦਿਓ, ਕਿੱਡੀ ਗੱਲ ਹੈ? ਐਡਾ ਵੱਡਾ ਤੰਤਰ ਹੈ, ਇਹ ਤਾਂ ਇੰਸਟੈਂਸਿਸ ਤਾਂ ਕਲੀਅਰ ਕਰ ਹੀ ਸਕਦੇ ਨੇ ਸਰ। ਇਹ ਤਾਂ ਸਿਕਿਉਰਿਟੀ ਸਭ ਦੇ ਲਈ ਹੈ, ਸਾਡੀ ਇਕੱਲੇ ਨਹੀਂ ਥੋੜੀ ਹੈ। ਇਹ ਤਾਂ ਹੈ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਇਕੱਲੇ ਨੂੰ 100% ਦੀ ਵੋਟ ਪੈ ਗਈ, ਇਹਨਾਂ ਨੂੰ ਵੀ ਪਈ ਹੈ। ਅਸੀਂ ਸਾਰਿਆਂ ਲਈ ਬੋਲ ਰਹੇ ਹਾਂ ਜੀ। ਚਲੋ, ਇਹ ਮਸਲਾ ਸਟੇਟ ਦੀ ਸਿਕਿਉਰਿਟੀ ਦਾ ਹੈਗਾ ਜਾਂ ਇਲੈਕਸ਼ਨ ਕਮਿਸ਼ਨ ਦੇ ਜ਼ਰੀਏ ਕੇਂਦਰ ਦੀ ਸੁਰੱਖਿਆ ਦਾ ਮੁੱਦਾ ਇਹ ਹੈਗਾ? ਇਹ ਮਸਲਾ ਸਪੈਸੀਫਿਕਲੀ ਈਵੀਐਮ ਮਸ਼ੀਨਾਂ ਦੀ ਸਿਕਿਉਰਿਟੀ ਦਾ ਮਸਲਾ, ਨਾ ਇਹ ਸਟੇਟ ਦੀ ਸਿਕਿਉਰਿਟੀ ਦਾ ਮਸਲਾ, ਨਾ ਇਹ ਕੇਂਦਰ ਦੀ ਸਿਕਿਉਰਿਟੀ ਦਾ ਮਸਲਾ। ਇਹ ਤਾਂ ਲੋਕਾਂ ਦਾ ਜਿਹੜਾ ਮੈਂਡੇਟ ਹੈ ਉਹਨੂੰ ਸੁਰੱਖਿਅਤ ਰੱਖਣ ਦਾ ਮਸਲਾ ਕੀਪੀ ਜੀ, ਜਿਹੜਾ ਲੋਕਾਂ ਨੇ ਹੰਗਾਰਾ ਭਰਿਆ। ਚਲੋ, ਮੈਂ ਵਾਪਸ ਆ ਜਾਊਗਾ ਤੁਹਾਡੇ ਕੋਲ, ਬਾਕੀ ਪਾਰਟੀਆਂ ਕੋਲ। ਡਾਕਟਰ ਮੁਹੰਮਦ ਖਾਲਿਦ, ਪਹਿਲਾਂ ਮੈਨੂੰ ਛੋਟਾ ਛੋਟਾ ਸਮਝਾ ਦਿਓ ਸਰ। ਡਾਕਟਰ ਮੁਹੰਮਦ ਖਾਲਿਦ, ਮੈਂ ਕਿਹਾ ਬਹਾਨੇ ਜ਼ਰੀਏ ਕਿਹੜੇ ਨਿਸ਼ਾਨੇ ਆ? ਆਮ ਆਦਮੀ ਪਾਰਟੀ ਨੂੰ ਬਹਾਨੇ ਵਾਲੇ ਸ਼ਬਦ ਤੇ ਵੀ ਇਤਰਾਜ਼ ਹੈਗਾ, ਹਾਲਾਂਕਿ ਉਹਨਾਂ ਮੁੱਖ ਰੋ ਕੇ ਨਹੀਂ ਬੋਲਦੇ ਪਏ। ਹਵਾਬ ਸਿੰਘ ਗਰੇਵਾਲ ਜੇ ਕੋਈ ਹੋਰ ਜਾਣਾ ਹੁੰਦਾ ਤੇ ਸ਼ਾਇਦ ਉਹਨਾਂ ਮੁੱਖ ਰੋ ਕੇ ਬੋਲਦਾ। ਤੁਸੀਂ ਬਹਾਨਾ ਕਹਿ ਕਿਵੇਂ ਦਿੱਤਾ? ਮੁਹੰਮਦ ਖਾਲਿਦ, ਆਮ ਆਦਮੀ ਪਾਰਟੀ ਬਹਾਨਾ ਲੱਭਦੀ ਪਈ ਹੈ ਜਾਂ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਿ ਸਾਨੂੰ ਸਾਰੀਆਂ ਪਾਰਟੀਆਂ ਦੱਬਣ ਨੂੰ ਫਿਰਦੀਆਂ, ਇਸ ਲਈ ਪਹਿਲਾਂ ਹੀ ਇਹ ਮੁੱਦਾ ਚੱਕ ਦਿਓ, ਕੋਈ ਹੇਰਾਫੇਰੀ ਨਾ ਕਰ ਸਕੇ? ਦੇਖੋ, ਇਦਾਂ ਹੈਗਾ, ਮੈਂ ਉਹ ਲੈਟਰ ਭੇਜਿਆ, ਤੁਸੀਂ ਪੜ੍ਹਿਆ ਸੀਗਾ ਮੈਨੇ। ਉਸ ਲੈਟਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਜਿਹਨੂੰ ਆਪਾਂ ਬਹਾਨਾ ਕਹਿ ਸਕੀਏ। ਲੇਕਿਨ ਇੰਨਾ ਜ਼ਰੂਰ ਹੈ ਕਿ ਕੁਝ ਇੰਸਟੈਂਸਿਸ ਸਾਹਮਣੇ ਲਿਆਂਦੀਆਂ ਗਈਆਂ ਕਿ ਉਹਨਾਂ ਨੇ ਦੇਖਿਆ ਹੋਣਾ, ਜਿਹੜਾ ਉਹਨਾਂ ਨੇ ਕਿਹਾ ਕਿ ਉਹਨੂੰ ਸੀਸੀਟੀਵੀ ਕੈਮਰਾ ਨਾਲ ਉਸ ਤੋਂ ਬਾਅਦ ਲਿੰਕ ਕਰ ਦਿਓ ਆਨਲਾਈਨ ਕੈਂਡੀਡੇਟਸ ਦੇ ਮੋਬਾਈਲਸ ਦੇ ਨਾਲ, ਜਾਂ ਜਿਸ ਤਰੀਕੇ ਦੇ ਨਾਲ ਉਹ ਪਤਾ ਨਹੀਂ ਉਹ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ, ਜਾਂ ਇਸ ਵੇਲੇ ਕੀ ਪ੍ਰੋਟੋਕੋਲ ਹੈਗਾ। ਲੇਕਿਨ ਇੰਨਾ ਜ਼ਰੂਰ ਹੈ ਕਿ ਜਿਹੜੀ ਈਵੀਐਮ ਮਸ਼ੀਨਾਂ ਦੀ ਸਿਕਿਉਰਿਟੀ ਹੈ, ਕਿਉਂਕਿ ਮੈਂ ਖੁਦ ਇਸ ਪ੍ਰੋਸੈਸ ਦੇ ਵਿੱਚ ਨੂੰ ਬਜ਼ਾਤੇ ਖੁਦ ਲੰਘਿਆ ਹੋਇਆ, ਉੱਥੇ ਸਿਕਿਉਰਿਟੀ ਤਾਂ ਕਾਫੀ ਜ਼ਿਆਦਾ ਹੁੰਦੀ ਹੈ, ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਂ ਜਿਨ੍ਹਾਂ ਕੋਲ ਵੀ ਸਿਕਿਉਰਿਟੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਸਤਰਕ ਹੁੰਦੇ ਇਹਦੇ ਬਾਰੇ, ਕਿਉਂਕਿ ਹੈਡਸ ਵਿਲ ਰੋਲ ਇਫ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਕਿਉਂ ਕਰ ਰਹੀ ਹੈ, ਬਾਕੀ ਦੇ ਕਿਉਂ ਨਹੀਂ ਕਰ ਰਹੇ? ਆਮ ਆਦਮੀ ਪਾਰਟੀ ਦੇ ਸਟੇਕਸ ਬਹੁਤ ਹੈ। ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਕੋਲ ਅੱਛੀ ਖਾਸੀ ਸਟਰੈਂਥ ਵਿਧਾਨ ਸਭਾ ਚ ਆਉਣ ਵਾਲੀ ਹੈ, ਉਹ ਜ਼ਿਆਦਾ ਸਤਰਕ ਹੈ। ਦੂਸਰੀਆਂ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਆਂ ਹੈਗੀਆਂ, ਅਕਾਲੀ ਦਲ ਤੇ ਕਾਂਗਰਸ ਪਾਰਟੀ, ਉਹਨਾਂ ਨੂੰ ਵੀ ਬਲਕਿ ਉਹਦੇ ਬਾਰੇ ਸਤਰਕ ਰਹਿਣਾ ਚਾਹੀਦਾ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਣਗਹਿਲੀ ਨਾ ਹੋਵੇ। ਕਿਉਂਕਿ ਦੇਖੋ, ਇਹ ਮਸਲਾ ਜਿਹੜਾ ਹੈਗਾ ਕਿ ਕੇਵਲ ਈਵੀਐਮ ਦੀ ਸਿਕਿਉਰਿਟੀ ਦਾ ਨਹੀਂ ਹੈ, ਇਹ ਮਸਲਾ ਹੈਗਾ ਰਿਜ਼ਲਟ ਦਾ। ਅਗਰ ਫੋਰ ਐਗਜ਼ਾਮਪਲ ਕਿਤੇ ਕੋਈ ਅੱਗ ਲੱਗ ਜਾਂਦੀ ਹੈ, ਕਿਤੇ ਕੋਈ ਹੋਰ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ ਕਿ ਮਸ਼ੀਨ ਦੇ ਵਿੱਚ ਜਿਹੜਾ ਲੋਕਾਂ ਦਾ ਫੈਸਲਾ ਬੰਦ ਹੈ, ਉਹਨੂੰ ਕਿਤਨਾ ਕਿਤੇ ਉਹ ਹੋ ਜਾਂਦਾ ਹੈ, ਖੁਰਦ-ਬੁਰਦ ਹੋ ਜਾਂਦਾ ਹੈ, ਕੋਈ ਉਹਨੂੰ ਵਾਇਰਸ ਆ ਜਾਂਦਾ ਹੈ ਜਾਂ ਕੁਝ ਹੋਰ ਹੋ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬੜੀਆਂ ਇੰਪੋਰਟੈਂਟ ਹੈ, ਕਿਉਂਕਿ ਉਹਦੇ ਨਾਲ ਆਉਂਦੇ 5 ਸਾਲ ਦੀ ਤੁਹਾਡੀ ਸਰਕਾਰ ਇਹਦੇ ਵਿੱਚ ਛੁਪੀ ਹੋਈ ਹੈ। ਇਹ ਕਹਿਣਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਕਿਉਂ ਕਰ ਰਹੀ ਹੈ, ਬਾਕੀ ਪਾਰਟੀਆਂ ਦਾ ਆਪਣਾ ਮਸਲਾ ਹੈਗਾ, ਕਰਨ ਨਾ ਕਰਨ, ਕਰਨਾ ਚਾਹੀਦਾ। ਲੇਕਿਨ ਆਮ ਆਦਮੀ ਪਾਰਟੀ ਅਗਰ ਇਹਦੇ ਬਾਰੇ ਸਤਰਕ ਹੈ, ਇਹਦੇ 'ਚ ਕੋਈ ਬੁਰੀ ਗੱਲ ਨਹੀਂ ਹੈ। ਮੈਂ ਇਹ ਨਹੀਂ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹਦੇ ਪਿੱਛੇ ਕੋਈ ਹਿਡਨ ਏਜੰਡਾ ਹੈਗਾ ਜਾਂ ਕੁਝ ਹੈ। ਉਹਨਾਂ ਨੇ ਗੱਲ ਕੀਤੀ ਹੈ, ਇਸ ਚੀਜ਼ ਨੂੰ ਆਪਾਂ ਨੂੰ ਲੈਣਾ ਚਾਹੀਦਾ ਹੈ, ਔਰ ਬਾਕੀ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਉਹਨੂੰ ਵੀ ਇਹਦੇ ਪਰ ਕਾਰਵਾਈ ਕਰਨੀ ਚਾਹੀਦੀ ਹੈ। ਡਾਕਟਰ ਮੁਹੰਮਦ ਖਾਲਿਦ, ਤੇ ਸੀਰੀਅਸ ਨੋਟ ਤੇ ਡਿਬੇਟ ਹੋਣੀ ਚਾਹੀਦੀ ਹੈ। ਦੇਖੋ, ਮੈਨੂੰ ਲੱਗਦਾ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਇਹਦੇ ਬਾਰੇ ਪੂਰੀ ਸਤਰਕਤਾ ਰੱਖਣੀ ਚਾਹੀਦੀ ਹੈ। ਡਿਬੇਟ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਆਮ ਆਦਮੀ ਪਾਰਟੀ ਤੇ ਇਲਾਵਾ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਵੀ ਇਹਦਾ ਸੰਗਿਆਨ ਲੈਣਾ ਚਾਹੀਦਾ ਹੈ, ਔਰ ਇਨ ਕੇਸ ਉਹ, ਕਿਉਂਕਿ ਇਹ ਇੱਕ ਕਲੈਕਟਿਵ ਰਿਸਪੌਂਸਿਬਿਲਿਟੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ। ਅਗਰ ਕੋਈ ਐਸੀ ਧਿਰ ਹੈ, ਐਸਾ ਵਿਅਕਤੀ ਹੈ ਜਿਹਨੂੰ ਪਤਾ ਵੀ ਮੈਨੂੰ ਤਾਂ ਕੋਈ ਖਾਸ ਉਹ ਹੈ ਨਹੀਂ, ਹੁੰਗਾਰਾ ਮਿਲਿਆ ਨਹੀਂ ਹੈ, ਉਹ ਇੱਕ ਗੱਲ ਹੈ। ਜਿਹੜੀਆਂ ਪੋਲੀਟੀਕਲ ਪਾਰਟੀਆਂ ਸਰਕਾਰ ਬਣਾਉਣ ਨੂੰ ਫਿਰਦੀਆਂ ਜਿਹੜੀਆਂ ਧਿਰਾਂ, ਉਹਨਾਂ ਦੇ ਤਾਂ ਸਟੇਕ ਬੜੇ ਜ਼ਬਰਦਸਤ ਹੈ ਐਂਡ ਦੇ ਹੈਵ ਟੂ ਬੀ ਕੇਅਰਫੁਲ। ਚਲੋ, ਮੈਂ ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਬਾਅਦ ਬਾਕੀ ਧਿਰਾਂ ਕੋਲ ਵੀ ਜਾਣਾ ਹੈਗਾ। 20 ਫਰਵਰੀ ਤੋਂ ਲੈ ਕੇ 10 ਮਾਰਚ ਤੱਕ ਸਟਰੋਂਗ ਰੂਮ ਕਿੰਨੇ ਸਟਰੋਂਗ ਹੈਗੇ, ਸਵਾਲ ਇਹੀ ਹੈ। ਤੇ ਵਾਪਸ ਆ ਕੇ ਇਸ ਸਵਾਲ ਦੀਆਂ ਪਰਤਾਂ ਜਿਹੜੀਆਂ ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ 3 ਪਰਤੀ ਹੈ ਸੁਰੱਖਿਆ ਚਾਹੀਦੀ ਹੈਗੀ ਆ, 3 ਟੀਅਰ ਸਿਕਿਉਰਿਟੀ ਚਾਹੀਦੀ ਹੈਗੀ ਆ। ਜਦੋਂ ਇਹ ਸਵਾਲ ਉੱਠਦਾ ਹੈ ਤਾਂ ਇਸ ਸਵਾਲ ਦੇ ਪਿੱਛੇ ਇਹ ਵੀ ਪਤਾ ਲੱਗ ਜਾਂਦਾ ਕਿ ਕਿਹੜੀ ਪਾਰਟੀ ਹੈ ਜਿਹੜੀ ਸਵਾਲ ਕਿਉਂ ਚੁੱਕਦੀ ਪਈ ਹੈ, ਜਿਹੜੀਆਂ ਨਹੀਂ ਚੁੱਕਦੀਆਂ ਪਈਆਂ ਕਿਤੇ ਉਹ ਇਹ ਤਾਂ ਨਹੀਂ ਸਮਝ ਬੈਠੀਆਂ ਕਿ ਸਾਨੂੰ ਮਿਲ ਨਹੀਂ ਕੁਛ ਰਿਹਾ,
ਸਾਡੀ ਸਰਕਾਰ ਨਹੀਂ ਆਉਣ ਵਾਲੀ, ਕਿਤੇ ਇਹ ਤਾਂ ਨਹੀਂ ਹੈਗਾ। ਵਾਪਸ ਆ ਰਿਹਾ एक और फिर थोड़ा स्वागत करते ईवीएम बहाने किससे की ने निशाने। बड़ा सवाल ਅਸੀਂ ਇਹ ਪੁੱਛਨੇ ਸਰਹੱਦੀ ਸੂਬੇ ਪੰਜਾਬ ਸੁਰੱਖਿਆ ਦਾ ਮੁੱਦਾ ਸਿਆਸਤ ਮੁੱਕਣ ਕਿਉਂ ਨਹੀਂ ਦਿੰਦੇ। ਅਮਨਜੋਤ ਕੌਰ ਰਾਮਵਾਲੀਆ ਜੀ, ਇਹ ਸੈਕਿੰਡ ਸੈਗਮੈਂਟ ਦਾ ਪਹਿਲਾ ਟੇਕ ਤੁਹਾਡਾ, ਤੁਸੀਂ ਇਸ ਕਰਕੇ ਨਹੀਂ ਇਹ ਸਵਾਲ ਪੁੱਛਦੇ ਪਏ ਕਿ ਤੁਸੀਂ ਜਿੱਤਣਾ ਨਹੀਂਗਾ ਪੰਜਾਬ ਦੇ ਵਿੱਚ, ਇਸ ਕਰਕੇ। ਅਮਨਜੋਤ ਕੌਰ ਜੀ, ਨਹੀਂ ਐਸੀ ਕੋਈ ਗੱਲ ਨਹੀਂ ਹੈ ਜੀ, ਬਲਕਿ ਸਾਡੇ ਤੇ ਤਾਂ ਇਲਜ਼ਾਮ ਲੱਗਦੇ ਆ। ਜੇ ਦੇਖਿਆ ਜਾਵੇ, ਮੈਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੀ ਇੱਕ ਵਾਰੀ ਕਿ ਇਹ ਈਵੀਐਮ ਮਸ਼ੀਨਾਂ ਦਾ ਹਰ ਬੰਦਾ ਆਪਦੀ ਸੂਟੇਬਲ ਦੇਖਦਾ, ਹਰ ਪਾਰਟੀ, ਕਿ ਜੇ ਤਾਂ ਕਾਂਗਰਸ ਜਿੱਤਦੀ ਆ ਤਾਂ ਕਾਂਗਰਸ ਨੂੰ ਮਸ਼ੀਨਾਂ 'ਚ ਕੋਈ ਫਰਕ ਨਹੀਂ ਦਿਸਦਾ, ਜੇ ਆਮ ਆਦਮੀ ਪਾਰਟੀ ਵੀ ਦਿੱਲੀ 'ਚ ਸਰਕਾਰ ਬਣਾਉਂਦੀ ਹੈ ਫਿਰ ਵੀ ਕੋਈ ਫਰਕ ਨਹੀਂ ਦਿਸਦਾ, ਨਾ ਹੀ ਕੋਈ ਖਤਰਾ ਦਿਸਦਾ। ਪਰ ਜਦੋਂ ਕਿਤੇ ਨਾ ਕਿਤੇ ਹਾਰਨ ਦਾ ਡਰ ਪੈਂਦਾ ਤਾਂ ਫਿਰ ਕਹਿੰਦੇ ਆ ਜੀ ਇਲਜ਼ਾਮਾਤ ਸ਼ੁਰੂ ਹੋ ਜਾਂਦੇ ਆ। ਮੈਂ ਤੁਹਾਨੂੰ ਯਾਦ ਦਿਵਾ ਦਾਂ ਕਿ 2019 ਦੇ ਵਿੱਚ ਇੰਗਲੈਂਡ 'ਚ ਕੋਈ ਇਹ ਤੁਹਾਡੇ ਵੈਸੇ ਤੁਸੀਂ ਯਾਦ ਕਰਾ ਦਿਓ, ਮੈਨੂੰ ਕੋਈ ਦਿੱਕਤ ਨਹੀਂ। ਵੈਸੇ ਜੇ ਤੁਹਾਡੇ ਤੇ ਇਲਜ਼ਾਮ ਤਾਂ ਲੱਗੇ ਨਹੀਂ, ਚੋਣ ਕਮਿਸ਼ਨ ਨੂੰ ਹਦਾਇਤ ਕੀਤੀ ਹੈ, ਅਪੀਲ ਕੀਤੀ ਹੈ, ਤੁਹਾਨੂੰ ਤੇ ਤੁਹਾਡੇ ਤੇ ਕਾਹਦਾ ਇਲਜ਼ਾਮ ਹੈ? ਚੋਣ ਕਮਿਸ਼ਨ ਤੁਸੀਂ ਥੋੜੀ ਚਲਾਉਂਦੇ ਹੋ, ਸੰਵਿਧਾਨਕ ਸੰਸਥਾ ਆਜ਼ਾਦ ਤੌਰ ਤੇ ਕੰਮ ਕਰਦੀ ਹੈ। ਬੋਲੋ। ਹਾਂ ਠੀਕ ਹੈ, ਮੈਂ ਮਾੜਾ ਜਿਹਾ ਵਿੱਚ ਐਡ ਅਪ ਕਰਦਾ, ਮਾਈਂਡ ਨਾ ਕਰੋ ਤਾਂ। ਬੋਲੋ ਬੋਲੋ ਬੋਲੋ। 2019 ਦੇ ਵਿੱਚ ਇੰਗਲੈਂਡ ਦੇ ਵਿੱਚ ਸਾਇਦ ਸੂਜੇ ਨਾਂ ਦੇ ਇੱਕ ਸੈਲਫ ਐਕਟੀਵੇਟ ਕਲੇਮਡ ਬੰਦੇ ਨੇ ਕਿਹਾ ਸੀ, ਜਿਹੜਾ ਕਹਿੰਦਾ ਸੀ ਮੈਂ IT ਦਾ ਐਕਸਪਰਟ ਹੈਗਾ, ਉਹਨੇ ਇਲਜ਼ਾਮ ਲਾਇਆ ਸੀ USA ਨੇ ਅਸਾਈਲਮ ਲਈ ਹੋਈ ਸੀ ਜੋ ਵੀ, ਤੇ ਉਹਨੇ ਇਲਜ਼ਾਮ ਲਾਇਆ ਸੀ ਕਿ ਇਹ EVM ਮਸ਼ੀਨਾਂ ਦੇ ਵਿੱਚ ਗੜਬੜ ਹੋ ਸਕਦੀ ਆ। ਫਿਰ ਲੰਡਨ 'ਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਆਪਦਾ ਮੂੰਹ ਵਗੈਰਾ ਛਪਾ ਕੇ, ਤੇ ਉਹਦੇ ਵਿੱਚ ਕਪਿਲ ਸਿੱਬਲ ਜੀ ਵੀ ਨੇ ਹਿੱਸਾ ਲਿਆ। ਪਰ ਦੇਖੋ ਫਿਰ ਉਹ ਸਾਬਤ ਨਹੀਂ ਕਰ ਸਕੇ ਕਿ ਇਹਨਾਂ 'ਚ ਕੋਈ ਗੜਬੜ ਹੋ ਸਕਦੀ ਆ। ਤਾਂ ਕਾਂਗਰਸ ਨੂੰ ਇਹ ਗੱਲ ਪ੍ਰੈਸ ਕਾਨਫਰੰਸ ਕਰਕੇ ਕਹਿਣੀ ਪਈ ਕਿ ਕਪਿਲ ਸਿੱਬਲ ਨੇ ਆਪਦੀ ਪਰਸਨਲ ਕੈਪੈਸਿਟੀ ਦੇ ਉੱਤੇ ਇਹ ਉੱਥੇ ਗਏ ਆ ਤੇ ਉਹਨਾਂ ਨੇ ਇਹ ਜੋ ਵੀ ਕੀਤਾ। ਔਰ ਜੋ ਰਹੀ ਕਿ ਮੈਂ ਇਹ ਗੱਲ ਸਮਝਦੀ ਹਾਂ ਕਿ ਜਿਹੜੇ ਲੋਕਾਂ ਨੂੰ ਜਿੱਤਣ ਦੀ ਉਮੀਦ ਹੁੰਦੀ ਹੈ, ਜਿੱਤਣ ਦੀ ਉਮੀਦ ਹਰ ਕੈਂਡੀਡੇਟ ਨੂੰ ਹੁੰਦੀ ਆ। ਅਸੀਂ ਇਹਨਾਂ ਚੋਣਾਂ ਦੇ ਵਿੱਚ ਮੈਂ ਖੁਦ ਵੀ ਕੰਮ ਕੀਤਾ ਕਿ ਹਰ ਬੰਦੇ ਨੂੰ ਐਂ ਲੱਗਦਾ ਕਿ ਲੋਕ ਆ ਜਿਹੜੇ ਮੈਨੂੰ ਬਹੁਤ ਪਸੰਦ ਕਰ ਰਹੇ ਆ, ਸਾਰੇ ਬਿਜ਼ੀ ਹੁੰਦੇ ਆ, ਉਹਨਾਂ ਨੂੰ ਉਮੀਦ ਲੱਗਦੀ ਆ ਕਿ ਮੈਂ ਜਿੱਤ ਰਿਹਾ, ਤੇ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਇਹ ਫਿਕਰ ਹੋ ਜਾਂਦਾ ਕਿ ਕਿਤੇ ਗੜਬੜ ਨਾ ਹੋ ਜੇ। ਇਹ ਸਿਰਫ ਮੇਰਾ ਖਿਆਲ ਆ, ਇਹ ਇੱਕ ਮਨ ਦੇ ਉੱਤੇ ਵਹਿਮ ਆ। ਨਾ ਤਾਂ ਗੜਬੜ ਹੋ ਸਕਦੀ ਆ ਕਿਉਂਕਿ DC ਦੀ ਬਹੁਤ ਜ਼ਿੰਮੇਵਾਰੀ ਹੁੰਦੀ ਹੈ, ਸਾਰਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਆ, ਨਾ ਹੀ ਬੰਦੇ ਨੂੰ ਕਿਸੇ ਨੂੰ ਚੈਨ ਆਉਂਦੀ ਆ। ਮੈਂ ਖੁਦ ਪੋਲੀਟੀਕਲੀ ਵੀ ਮੈਂ ਜਦੋਂ ਇੱਥੇ ਮੁਹਾਲੀ ਦੇ ਵਿੱਚ ਪਾਵਰ 'ਚ ਸੀਗੀ, ਉਦੋਂ ਵੀ ਮੈਂ ਦੇਖਿਆ ਕਿ ਤੁਹਾਨੂੰ ਆਪ ਨੂੰ। ਹਾਂਜੀ ਅਮਨਜੋਤ ਜੀ, ਜਿਹੜੇ ਵਹਿਮ ਦਾ ਤੁਸੀਂ ਗੱਲ ਕਰਦੇ ਪਏ ਹੋ ਸਕਦਾ ਮੈਨੂੰ ਵੀ ਵਹਿਮ ਹੋਵੇ, ਮੈਂ ਐਵੇਂ ਕਹਿਤਾ ਤੁਸੀਂ ਹਾਰ ਰਹੇ ਹੋ, ਤੁਸੀਂ ਜਿੱਤ ਰਹੇ ਹੋਵੋਗੇ। ਅਸੀਂ ਤਾਂ ਸਾਰੇ ਕਹਾਂਗੇ ਅਸੀਂ ਜਿੱਤ ਰਹੇ ਹਾਂ, ਸਾਰੀਆਂ ਪਾਰਟੀਆਂ ਇਹੀ ਕਹਿਣ ਆਈਆਂ ਵੀ ਅਸੀਂ ਜਿੱਤ ਰਹੇ ਹਾਂ, ਔਰ ਸਾਨੂੰ ਤਾਂ ਉਮੀਦ ਵੀ ਅਸੀਂ ਜਿੱਤ ਰਹੇ ਹਾਂ। ਪਰ ਸਾਨੂੰ ਕੋਈ ਇਹ ਡਰ ਨਹੀਂ ਹੈਗਾ ਕਿਉਂਕਿ ਨਾ ਤਾਂ ਕੋਈ ਇੱਥੇ ਇਸ਼ੂ ਹੈਗਾ ਕਿ ਸੁਰੱਖਿਆ ਦਾ ਇਸ਼ੂ ਹੈਗਾ ਕਿ ਉਹਨਾਂ ਦੀ ਸੁਰੱਖਿਆ ਨਹੀਂ ਹੋ ਸਕਦੀ। ਮੈਂ ਸੁਰੱਖਿਆ ਦਾ ਵੀ ਜੇ ਦਾਇਰਾ ਦੱਸਦਾ, 2-3 ਵਾਰ ਦੀ ਸੁਰੱਖਿਆ ਹੁੰਦੀ ਆ ਉੱਥੇ। ਉੱਪਰੋਂ ਆਪਣੀ ਕੇਂਦਰ ਤੋਂ ਵੀ ਆਈ ਹੁੰਦੀ ਹੈ ਪੁਲਿਸ, ਔਰ ਸਟੇਟ ਦੀ ਪੁਲਿਸ ਵੀ ਬੈਠੀ ਹੁੰਦੀ ਹੈ, ਕੈਮਰੇ ਵੀ ਲੱਗੇ ਹੁੰਦੇ ਆ। ਬਿਆਨ ਨੂੰ ਇਸ ਤਰੀਕੇ ਸਮਝਿਆ ਕਿ ਪੰਜਾਬ ਵਿੱਚ ਸੁਰੱਖਿਆ ਦਾ ਕੋਈ ਮੁੱਦਾ ਨਹੀਂ ਹੈਗਾ, ਪੰਜਾਬ ਸੁਰੱਖਿਅਤ ਹੈ। ਨਹੀਂ, ਪੰਜਾਬ ਤਾਂ ਸੁਰੱਖਿਅਤ ਹੀ ਹੈਗਾ, ਲੱਗਦਾ ਹੀ ਆ, ਪਰ ਵਿੱਚ ਹੋਰ ਕਈ ਇਸ਼ੂਆਂ ਤੋਂ ਲੱਗ ਸਕਦਾ ਕਿ ਕਦੇ ਜੇ ਨਸ਼ੇ ਵਗੈਰਾ ਤੋਂ। ਪਰ EVM ਮਸ਼ੀਨਾਂ ਦੇ ਲਈ ਅਨਸੁਰੱਖਿਆ ਮੈਂ ਨਹੀਂ ਮਹਿਸੂਸ ਕਰਦੀ। ਨਹੀਂ, ਮੈਂ ਤਾਂ ਪੁੱਛ ਰਿਹਾ ਸੀਗਾ ਬਾਰਡਰ ਸਟੇਟ ਹੈ, ਪਾਕਿਸਤਾਨ ਸਾਡੇ ਨਾਲ ਲੱਗਦਾ ਹੈ, ਕਿਤੇ ਉਹ ਮਸਲਾ ਤਾਂ ਨਹੀਂ ਹੈਗਾ? ਉਹ ਹੋ ਸਕਦਾ ਜੀ, ਕਦੇ ਇਹ ਭਾਈ ਸਾਹਿਬ ਨੇ ਕਿਹਾ ਹੈ ਕਿ ਅੱਗ ਵੀ ਲੱਗ ਸਕਦੀ, ਕੋਈ ਹੋ ਸਕਦਾ, ਪਰ ਉਹਦੇ ਲਈ ਸਿਕਿਉਰਿਟੀ ਪੂਰੀ ਹੁੰਦੀ ਆ, ਕੋਈ ਐਸਾ ਨਹੀਂ ਹੁੰਦਾ ਕਿ ਸਿਕਿਉਰਿਟੀ ਨਾ ਹੋਵੇ। ਚਲੋ ਡਾਕਟਰ ਬੂਟਾ ਸਿੰਘ ਬੈਰਾਗੀ, ਕਾਂਗਰਸ ਦਾ ਮੈਂ 2 ਟੇਕ ਲੈਣੇ ਆ ਬੂਟਾ ਸਿੰਘ ਬੈਰਾਗੀ, ਇਕੱਠੇ ਦੇ ਦਿਓ। EVM ਦੇ ਵਿੱਚ ਕੋਈ ਗੜਬੜੀ ਤਾਂ ਨਹੀਂ ਹੋ ਸਕਦੀ? 10 ਮਾਰਚ ਨੂੰ ਹੋਰ ਤੁਸੀਂ ਕਹੋ EVM ਦੇ ਵਿੱਚ ਆਹ ਕਰਤਾ ਇਸ ਲਈ ਅਸੀਂ ਹਾਰ ਗਏ। ਇੱਕ EVM ਦੀ ਸੁਰੱਖਿਆ ਦਾ ਮੁੱਦਾ ਜਿਹੜਾ ਆਮ ਆਦਮੀ ਪਾਰਟੀ ਚੱਕਦੀ ਪਈ ਹੈ, ਇਹ 2 ਟੇਕ ਸਰ ਦੇ ਦਿਓ ਬੂਟਾ ਸਿੰਘ ਬੈਰਾਗੀ।
ਬਿਲਕੁਲ ਸਹੀ। ਪਹਿਲਾਂ ਤਾਂ ਮੇਰੇ ਸਾਰੇ ਹੀ ਕਾਬਲ ਪੈਨਲਿਸਟ ਨੇ ਜਿਵੇਂ ਕਹਿੰਦੇ ਹੁੰਦੇ ਘੜੇ 'ਚ ਸਮੁੰਦਰ ਬੰਦ ਕਰਤਾ ਤੇ ਡਿਬੇਟ ਬੜੀ ਸੁਹਿਰਦ ਆ। ਕੇਪੀ ਜੀ, ਮੈਂ ਜੇ ਗੱਲ ਕਰਾਂ ਜਦੋਂ ਦੀ ਇੰਟਰੋਡਿਊਸ ਹੋਈਆਂ EVM, ਸਪੈਸੀਫਿਕਲੀ ਸਿਕਿਉਰਿਟੀ ਨੂੰ ਲੈ ਕੇ ਸਾਡੇ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਵਿੱਚ ਕੋਈ ਅਮੈਂਡਮੈਂਟ ਨਹੀਂ ਹੋਈ। ਜਿੰਨੀਆਂ ਵੀ ਆਪਾਂ ਲੇਅਰਸ ਦੀ ਗੱਲ ਕਰਦੇ ਆ ਸਟਰੋਂਗ ਰੂਮ ਦੇ ਬਾਹਰ 3 ਲੇਅਰ 4 ਲੇਅਰ 5 ਲੇਅਰ ਵਟਐਵਰ, ਉਹ ਉਦੋਂ ਦੀਆਂ ਹੀ ਆ ਜਦੋਂ ਅਸੀਂ ਬੈਲਟ ਪੇਪਰਾਂ ਦਾ ਇਸਤੇਮਾਲ ਕਰਦੇ ਸੀਗੇ। ਤੇ ਜਿੱਥੋਂ ਤੱਕ EVM ਟੈਂਪਰਿੰਗ ਦੀ ਗੱਲ ਹੈਗੀ ਆ, ਦੇਖੋ ਇਹ ਬੜਾ ਸੰਵਿਧਾਨਿਕ ਮੁੱਦਾ ਵਾ, ਇਹ ਕੋਈ ਛੋਟੀ ਗੱਲ ਨਹੀਂ। ਅੱਜ ਅਸੀਂ ਸਾਰੇ ਹੀ ਇਕੁਅਲ ਫੁੱਟ ਤੇ ਹੈਗੇ ਆ। ਜੇ ਮੈਂ ਕਹਿਦਾ ਸਾਡੀ ਵੀ ਇੱਕ ਸਰਕਾਰ ਅੱਜ ਹੈਗੀ ਆ, ਉਹ ਕਿਵੇਂ ਦੀ ਆ ਜਾਂ ਆਉਣ ਵਾਲੇ ਸਮੇਂ 'ਚ ਕਿਹਦੀ ਹੋਊਗੀ, ਉਹ ਦੂਸਰੀਆਂ ਪੋਲੀਟੀਕਲੀ ਗੱਲਾਂ ਹੋ ਜਾਣਗੀਆਂ। ਟੈਂਪਰਿੰਗ, ਖਾਲਿਦ ਸਾਹਿਬ ਬੈਠੇ ਨੇ, ਹਬਾਬ ਜੀ ਬੈਠੇ ਨੇ, ਸਾਰੇ ਸਿਆਣੇ ਨੇ। ਜਿੱਥੋਂ ਟੈਕਨੋਲੋਜੀ ਦਾ ਯੁੱਗ ਆ, ਪਹਿਲੀ ਗੱਲ ਤਾਂ ਸਾਡੇ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਵਿੱਚ ਹੀ ਅਮੈਂਡਮੈਂਟ ਹੋਣੀ ਚਾਹੀਦੀ ਸੀ ਜਦੋਂ ਇਹ ਇੰਟਰੋਡਿਊਸ ਕੀਤੀਆਂ। ਟੈਕਨੋਲੋਜੀ ਇਹ ਜ਼ਰੂਰੀ ਨਹੀਂ ਵੀ 3 ਲੇਅਰ ਬ੍ਰੇਕ ਹੋਊ ਜਾਂ ਉਦੋਂ ਹੀ ਕੋਈ ਟੈਂਪਰਿੰਗ ਹੋਊ। ਤੇ ਜੇ ਵਾਕਿਆ ਹੀ ਇਹਦਾ ਕੋਈ ਕੋਡ ਹੋਇਆ, ਉਹ ਬੰਦਾ ਦਿੱਲੀ ਬੈਠਾ, ਅਮਰੀਕਾ ਬੈਠਾ, ਕਿਤੇ ਵੀ ਬੈਠਾ ਕੁਝ ਵੀ ਕਰ ਸਕਦਾ ਵਾ। ਬੁੱਟਾ ਸਾਹਿਬ ਰਾਗੀ ਇੱਕ ਮੈਨੂੰ ਸਮਝਾ ਦਿਓ, ਤੁਸੀਂ ਬੜੇ ਸਿਆਣੇ ਹੋ, ਤੁਸੀਂ ਇੰਨੇ ਦੇਰ ਬਾਅਦ ਸਾਡੇ ਨਾਲ ਡਿਬੇਟ 'ਚ ਆਏ ਹੋ, ਉਹਦੇ ਵਿੱਚ ਤੁਸੀਂ ਡਾਕਟਰੇਟ ਵੀ ਹੋ ਗਏ ਹੋ। ਡਾਕਟਰ ਬੁੱਟਾ ਸਿੰਘ ਬਰਾਗੀ, EVM ਜੇ ਇੰਟਰਨੈਟ ਨਾਲ ਕਨੈਕਟ ਹੋਊਗੀ ਤਾਂ ਟੈਂਪਰਿੰਗ ਹੋ ਸਕਦੀ ਹੈ, ਜਾਂ ਦਿੱਲੀ ਬੈਠਾ ਬੰਦਾ ਪਤਾ ਨਹੀਂ ਕਿਵੇਂ ਰਿਮੋਟ ਤੇ ਲੈ ਲੂਗਾ? ਮੈਨੂੰ ਇਹ ਤਾਂ ਸਮਝਾ ਦਿਓ। ਮੈਂ ਟੈਕਨੋਲੋਜੀ ਦਾ ਤਾਂ ਬੰਦਾ ਬੜਾ ਹੈ ਨਹੀਂਗਾ ਜੀ। ਮੈਂ ਤੁਹਾਨੂੰ ਅੱਜ ਇੱਕ ਟੈਕਨੋਲੋਜੀ ਵਾਲੇ ਨੂੰ ਵੀ ਲਿਆਉਣਾ ਪੈਣਾ ਸੀਗਾ, ਕਿਉਂਕਿ ਬਾਹਲੀ ਵਧੀਆ ਹੁੰਦੀ। ਹਾਂ, ਮੈਂ ਆਪਦੀ ਗੱਲ ਡਾਕਟਰ ਬੁੱਟਾ ਸਾਹਿਬ ਬਰਾਗੀ ਮੈਂ ਪੁੱਛ ਰਿਹਾ, ਡਾਕਟਰ ਬੁੱਟਾ ਸਾਹਿਬ ਬਰਾਗੀ ਮੈਂ ਪੁੱਛ ਰਿਹਾ, ਮੈਂ ਫੋਲੋ ਕਰ ਗਿਆ ਤੁਹਾਡੀ ਗੱਲ, ਸਰ ਸਮਝ ਗਿਆ। ਇੰਟਰਨੈਟ ਨਾਲ ਕਨੈਕਟਡ ਹੈ EVM? ਦੇਖੋ, ਮੈਂ ਤਾਂ ਮੋਟੇ ਜਿਹੇ ਤੌਰ ਤੇ ਇੰਨਾ ਜਾਣਦਾ, ਮੈਨੂੰ ਲੱਗਦਾ ਦੂਜੇ ਪੈਨਲਿਸਟ ਵੀ ਇਸ ਨਾਲ ਸਹਿਮਤ ਹੋਣਗੇ ਕਿ ਹਰੇਕ EVM ਮਸ਼ੀਨ ਦਾ ਇੱਕ ਯੂਨੀਕ ਕੋਡ ਜ਼ਰੂਰ ਹੁੰਦਾ ਵਾ। ਅੱਛਾ, ਠੀਕ ਹੈ ਨਾ ਜੀ। ਉਹਦੀ ਇੱਕ ਪਹਿਚਾਣ, ਉਹਦੀ ਇੱਕ ਆਇਡੈਂਟੀਟੀ ਜ਼ਰੂਰ ਹੁੰਦੀ ਆ, ਤੇ ਕਿਤੇ ਨਾ ਕਿਤੇ ਉਹ ਇਲੈਕਸ਼ਨ ਕਮਿਸ਼ਨ ਕੋਲੇ ਵੀ ਹੁੰਦੀ ਆ। ਦੇਖੋ, ਜੇ ਮੈਂ ਬੜਾ ਉਸ ਪਾਸੇ ਨੂੰ ਜਾਵਾਂ ਵੀ ਅੱਜ ਦੀ ਤਰੀਕ ਦੇ ਵਿੱਚ ਸਾਡੀ ਸੰਵਿਧਾਨਿਕ ਸੰਸਥਾਵਾਂ ਦਾ ਹਾਲ ਕੀ ਆ, ਤਾਂ ਹਬਾਬ ਗਰੇਵਾਲ ਦੀ ਪਾਰਟੀ ਦੇ ਸਵਾਲ ਚੁੱਕਣੇ ਆ, ਮੈਂ ਜਾਇਜ਼ ਸਮਝਦਾ ਵਾਂ। ਤੇ ਜਿੱਥੋਂ ਤੱਕ ਲੇਅਰਸ ਦੀ ਗੱਲ ਕੀਤੀ ਆ, ਜੇ ਮੈਂ ਪਰਸਨਲ ਐਕਸਪੀਰੀਅੰਸ ਦੀ ਗੱਲ ਕਰਾਂ, ਮੈਨੂੰ ਤੁਸੀਂ 30 ਸੈਕਿੰਡ ਦੇ ਦਿਓ। ਮੈਂ 2018 ਵਿੱਚ ਝਾੜੂ ਦੇ ਨਿਸ਼ਾਨ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀ ਸੀ KP ਜੀ, ਤੇ ਉਹਦੇ ਵਿੱਚ ਇਲੈਕਸ਼ਨ ਪਟੀਸ਼ਨ ਪੈਂਡਿੰਗ ਆ। ਰਿਟਰਨਿੰਗ ਆਫੀਸਰ ਨੇ ਸਟੇਟਮੈਂਟ ਦਿੱਤੀ ਆ ਵੀ ਇੱਕ ਅਸੀਂ ਸਪੈਸੀਫਿਕ ਬੂਥ ਤੋਂ 581 ਵੋਟਾਂ ਗਿਣੀਆਂ, ਤੇ ਮੈਂ RTI ਰਾਹੀਂ ਸਾਰੀ ਸਮੱਗਰੀ ਲਈ, ਤੇ ਉਸ ਬੂਥ ਤੇ ਵੋਟਾਂ ਹੀ 514 ਪਈਆਂ। ਉਹ ਹਜੇ ਪੈਂਡਿੰਗ ਆ। 60 ਵੋਟਾਂ ਦਾ ਫਰਕ ਨਿਕਲਿਆ। ਉਹ ਸੀਗੀ ਬੈਲਟ ਪੇਪਰ ਰਾਹੀਂ ਕਾਸਟਿੰਗ ਹੋਈ ਸੀਗੀ। ਲੇਅਰਸ ਦੀ ਜਿੱਥੇ ਨਿਜ਼ਾਮ ਬੇਈਮਾਨ ਹੋ ਜਵੇ, ਲੇਅਰਸ ਤਾਂ ਤੁਸੀਂ ਭਾਵੇਂ 5 ਲਾ ਲਓ, ਜਿੱਥੇ ਰਾਜਾ ਹੀ ਉਹੋ ਜਿਹਾ ਹੋ ਜਵੇ ਵੀ ਤੁਸੀਂ ਕਿਤੇ ਨਾ ਕਿਤੇ ਕੁਝ ਕਰਨਾ ਵਾ। ਹਾਂ, ਅੱਜ ਸੰਵਿਧਾਨਿਕ ਸਾਡੇ ਇੰਸਟੀਟਿਊਸ਼ਨਸ ਕਿੱਥੇ ਸਟੈਂਡ ਕਰਦੇ ਨੇ, ਕਿੰਨੇ ਸਟਰੋਂਗ ਨੇ, ਸਾਨੂੰ ਉਹਨਾਂ ਤੇ ਵਿਸ਼ਵਾਸ ਕਿੰਨਾ ਕਾ। ਅੱਜ ਦੀ ਡਿਬੇਟ ਜ਼ਿਆਦਾ ਕਨਸੈਂਟਰੇਟ ਤੁਹਾਨੂੰ ਨਿਜ਼ਾਮ ਤੇ ਸ਼ੱਕ ਹੈ ਬੁੱਟਾ ਸਾਹਿਬ ਰਾਗੀ? ਨਿਜ਼ਾਮ ਤੇ ਸ਼ੱਕ ਹੈ? ਸ਼ੱਕ ਨਹੀਂ, ਮੈਂ ਕਹਿੰਦਾ ਸਾਡਾ ਫੇਥ ਆ। ਅਸੀਂ ਬੀਇੰਗ ਏ ਡੈਮੋਕ੍ਰੈਟਿਕ ਕੰਟਰੀ ਕਰ ਵੀ ਕੀ ਸਕਦੇ ਆ ਅੱਜ ਦੀ ਤਰੀਕ ਦੇ ਵਿੱਚ। ਆਮ ਆਦਮੀ ਪਾਰਟੀ ਦਾ ਸਟੈਂਡ ਲਿਆ, ਕਾਂਗਰਸ ਉਹਦੇ ਨਾਲ ਖੜੀ ਹੈ। ਕੁਝ ਵੀ ਮੈਲਾ ਫਾਈਟੀ ਨਹੀਂ ਹੋਣਾ ਚਾਹੀਦਾ ਜੀ। ਸਾਰਿਆਂ ਦੀ ਕਿਸਮਤ EVM ਦੇ ਵਿੱਚ ਬੰਦ ਹੈਗੀ ਆ। ਜੇ ਅੱਜ ਦੀ ਤਰੀਕ ਦੇ ਵਿੱਚ ਪ੍ਰੋਟੈਕਸ਼ਨ ਦੀ ਗੱਲ ਕਰਦੇ ਆ ਤਾਂ ਸਾਡੀਆਂ ਵੋਟਾਂ ਵੀ ਪ੍ਰੋਟੈਕਟ ਹੁੰਦੀਆਂ। ਜੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕਰਦੇ ਆ ਤਾਂ ਹਰੇਕ ਪੋਲੀਟੀਕਲ ਪਾਰਟੀ ਦੇ ਇੰਟਰਸਟ ਵਿੱਚ ਪ੍ਰੋਟੈਕਟ ਹੁੰਦੇ ਆ। ਜੇ ਇਲੈਕਸ਼ਨ ਕਮਿਸ਼ਨ, ਮੈਂ ਜਿਵੇਂ ਪਹਿਲਾਂ ਹੀ ਕੋਟ ਕਰ ਚੁੱਕਿਆ ਵੀ ਸਾਡਾ ਵਿਸ਼ਵਾਸ ਜਿੱਤਣ ਦੇ ਵਿੱਚ ਕਾਮਯਾਬ ਹੈ। EVM 'ਚ ਕੋਈ ਨੁਕਸ ਤਾਂ ਨਹੀਂ ਪੈ ਸਕਦਾ? ਕਾਂਗਰਸ ਦਾ ਅੱਜ ਸਟੈਂਡ ਕੀ ਹੈ ਸਰ? 10 ਤਰੀਕ ਨੂੰ ਇਹੀ ਬਿਆਨ ਦੁਬਾਰਾ ਸੁਣਾਉਂਗਾ। ਨੁਕਸ ਦੀ ਜਿੱਥੋਂ ਤੱਕ ਗੱਲ ਹੈਗੀ ਆ ਜੀ, ਡਿਊਰਿੰਗ ਕਾਸਟਿੰਗ ਜਦੋਂ ਵੋਟ ਕਾਸਟ ਹੋ ਰਹੀਆਂ ਸੀ ਉਦੋਂ ਵੀ ਕਈਆਂ 'ਚ ਪਿਆ ਵਾ। ਜੇ ਵਾਕਿਆ ਤੁਸੀਂ, ਕਿਉਂਕਿ ਮਸ਼ੀਨਰੀ ਆ, ਟੈਕਨੋਲੋਜੀ ਆ, ਨੁਕਸ ਤਾਂ ਪੈ ਸਕਦਾ ਵਾ। ਮੈਂ ਕਹਿੰਦਾ ਅਜੇ ਤੁਸੀਂ ਪ੍ਰਪੇਅਰ ਕਰਨਾ ਸਾਰੀਆਂ ਪਾਰਟੀਆਂ ਨੇ EVM ਤੇ ਸਟੈਂਡ ਕੀ ਲੈਣਾ। ਡਾਕਟਰ ਮੁਹੰਮਦ ਖਾਲਿਦ, ਇਹ ਡਿਬੇਟੇਬਲ ਇਸ਼ੂ ਹੈ। ਇਹ ਡਿਬੇਟੇਬਲ, ਜੇ ਮੈਂ ਅਪ ਟੂ ਡੇਟ ਤਾਂ ਹੈ ਨਹੀਂ, ਮੈਨੂੰ ਲੱਗਦਾ ਲਿਟੀਗੇਸ਼ਨ ਸੁਪਰੀਮ ਕੋਰਟ 'ਚ ਵੀ ਹੋਈ ਸੀਗੀ ਵੀ EVMs ਹਿੰਦੁਸਤਾਨ ਵਿੱਚ ਚਾਹੀਦੀਆਂ ਕਿ ਨਹੀਂ, ਕਿਉਂਕਿ ਬਹੁਤ ਸਾਰੀਆਂ ਕੰਟਰੀਆਂ ਨੇ ਇਹ ਬੈਕ ਬੈਂਚ ਤੇ ਕਰਤੀਆਂ। ਠੀਕ ਹੈ ਡਾਕਟਰ ਮੁਹੰਮਦ ਖਾਲਿਦ, EVM ਦੀ ਬਾਹਰਲੀ ਸਿਕਿਉਰਿਟੀ ਦਾ ਮੁੱਦਾ ਹੌਲੀ ਹੌਲੀ ਅੰਦਰਲੀ ਸਿਕਿਉਰਿਟੀ ਵੱਲ ਜਾ ਰਿਹਾ। ਡਾਕਟਰ ਖਾਲਿਦ, ਮੈਂ ਸਿਰਫ ਪੁੱਛ ਰਿਹਾ ਸੀਗਾ, ਇਹ ਬਹਾਨਾ ਤਾਂ ਨਹੀਂ ਨਿਸ਼ਾਨੇ ਲਾਉਣ ਦਾ ਸਰ? ਡਾਕਟਰ ਮੁਹੰਮਦ ਖਾਲਿਦ, ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੋਈ ਹੋਰ ਪਾਰਟੀ ਇੱਕ ਨਵੀਂ ਚਿੱਠੀ ਲਿਆਵੇ ਸਰ ਸਾਹਮਣੇ ਡਾਕਟਰ ਖਾਲਿਦ, ਫਿਰ ਆਪਾਂ ਡਿਬੇਟ ਕਰਦੇ ਹੋਈਏ। ਮੈਨੂੰ ਸਮਝਾ ਦਿਓ ਸਰ ਮਸਲਾ ਹੈ ਕੀ ਹੈ। KP ਜੀ, ਗੱਲ ਇਹ ਹੈਗੀ ਹੈ ਕਿ ਜਿਹੜੀਆਂ ਬਿਲਡਿੰਗਸ ਦੇ ਵਿੱਚ EVM ਮਸ਼ੀਨਾਂ ਰੱਖੀਆਂ ਜਾਂਦੀਆਂ, ਪਹਿਲਾਂ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ
ਟੀਮ ਗਠਿਤ ਕੀਤੀ ਜਾਂਦੀ ਹੈ, ਉਹ ਟੀਮ ਵਿਜ਼ਿਟ ਕਰਦੀ ਹੈ ਔਰ ਦੇਖਦੀ ਹੈ ਕਿ ਇਹ ਬਿਲਡਿੰਗ ਸਿਕਿਉਰ ਹੈ ਜਾਂ ਨਹੀਂ ਹੈ। ਬਿਲਕੁਲ ਠੀਕ ਹੈ। ਉਸ ਤੋਂ ਬਾਅਦ ਉਹਦੀ ਅਪਰੂਵਲ ਤੇ ਬਾਅਦ ਹੀ ਉਹਨੂੰ ਡਿਕਲੇਅਰ ਕੀਤਾ ਜਾਂਦਾ ਹੈ ਕਿ ਹਾਂ ਇੱਥੇ ਆਪਾਂ ਈਵੀਐਮ ਮਸ਼ੀਨਾਂ ਜਿਹੜੀਆਂ ਹੈਗੀਆਂ ਸਟੋਰ ਕਰ ਸਕਦੇ ਹਾਂ। ਦੂਸਰੀ ਚੀਜ਼ ਇਹ ਹੈਗੀ ਹੈ ਕਿ 3 ਟੀਅਰ ਸਿਕਿਉਰਿਟੀ ਜਿਹੜੀ ਹੈਗੀ ਹੈ, 3 ਟੀਅਰ ਸਿਕਿਉਰਿਟੀ ਮੇਰਾ ਖਿਆਲ ਹੈ ਐਨਫ ਹੈ ਅਗਰ ਉਹ ਪ੍ਰੋਪਰ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਦੇ ਮੁਤਾਬਕ ਕੀਤੀ ਜਾਵੇ। ਹੁਣ ਜਿਹੜਾ ਆਮ ਆਦਮੀ ਪਾਰਟੀ ਦਾ ਲੈਟਰ ਹੈ ਉਹਦੇ ਵਿੱਚ ਉਹਨਾਂ ਨੇ ਸਪੈਸੀਫਿਕ ਇੰਸਟੈਂਸਸ ਦੱਸੀਆਂ, ਜਿਹਦੇ ਵਿੱਚ ਫॉर ਐਗਜ਼ਾਮਪਲ ਥਾਪਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੌਸ ਹੈ ਉੱਥੇ ਕਹਿੰਦੇ ਸਿਰਫ 2 ਹੀ ਪੁਲਿਸ ਵਾਲੇ ਸੀਗੇ। ਬਿਲਕੁਲ, ਅਗਰ ਕੈਂਡੀਡੇਟ ਗਿਆ ਸੀ ਉੱਥੇ ਲਾਈਵ ਕੀਤਾ ਸੀ ਇਹਨਾਂ ਨੇ, ਉੱਥੇ ਮੈਂ ਦੇਖਿਆ ਸਰ। ਉਹ ਅਗਰ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਹੈ ਉਹ ਤਾਂ ਅਲਾਰਮਿੰਗ ਹੈ, ਸਾਰਿਆਂ ਵਾਸਤੇ ਅਲਾਰਮਿੰਗ ਹੈ, ਸਾਰੀਆਂ ਪੋਲੀਟੀਕਲ ਪਾਰਟੀਆਂ ਵਾਸਤੇ ਹੈ। ਉਸ ਮਸ਼ੀਨਾਂ ਦੇ ਵਿੱਚ ਕੇਵਲ ਆਮ ਆਦਮੀ ਪਾਰਟੀ ਦੀਆਂ ਵੋਟਾਂ ਨਹੀਂ ਪਈਆਂ, ਉਹ ਤਾਂ ਸਾਰਿਆਂ ਦੀਆਂ ਵੋਟਾਂ ਪਈਆਂ। ਇਸ ਕਰਕੇ ਅਗਰ ਆਮ ਆਦਮੀ ਪਾਰਟੀ ਜਾਂ ਕੋਈ ਵੀ ਪੋਲੀਟੀਕਲ ਪਾਰਟੀ, ਇੱਕ ਹੋਰ ਮੈਂ ਤੁਹਾਨੂੰ ਦੱਸਦਾ ਕਿ ਜਿਸ ਵੇਲੇ ਇਲੈਕਸ਼ਨ ਹੋ ਜਾਂਦਾ ਨਾ ਤਾਂ ਕੈਂਡੀਡੇਟ ਇੰਨੇ ਉਤਸ਼ਾਹਿਤ ਹੁੰਦੇ ਆ, ਔਰ ਖਾਸ ਤੌਰ ਪਰ ਕੈਂਡੀਡੇਟ ਦੇ ਜਿਹੜੇ ਸਪੋਰਟਰ ਹੁੰਦੇ ਆ ਉਹ ਇੰਨੇ ਉਤਸੁਕ ਹੁੰਦੇ ਆ, ਉੱਥੇ ਜਾ ਕੇ ਬਹਿ ਜਾਂਦੇ ਆ। ਕਈ ਤਾਂ ਉੱਥੇ ਜਾ ਕੇ ਟੈਂਟ ਲਵਾ ਦੋ ਉੱਥੇ, ਇਹ ਤਾਂ ਤਿਆਰ ਬੈਠੇ ਆ 20 ਦਿਨਾਂ ਵਾਸਤੇ। ਹਾਂ, ਅੱਛਾ, ਇਸ ਕਰਕੇ ਅਗਰ ईवीएम ਦੀ ਮਸ਼ੀਨਾਂ ਸਿਕਿਉਰ ਹੈ, ਸੁਰੱਖਿਅਤ ਹੈ ਔਰ ਗਾਈਡਲਾਈਨਸ ਦੇ ਮੁਤਾਬਿਕ ਹੈ, ਫਿਰ ਤਾਂ ਕੋਈ ਉਹ ਨਹੀਂ ਹੈ। ਚਲੋ, ਅੱਛਾ, ਦੂਸਰੀ ਚੀਜ਼, ਇੱਕ ਮਿੰਟ, ਦੂਸਰੀ ਚੀਜ਼ ਤੁਸੀਂ ਜਿਹੜੀ ਇਸ ਡਿਬੇਟ ਦੇ ਵਿੱਚ ਲਿਆ ਰਹੇ ਹੋ ਕਿ ईवीएम ਮਸ਼ੀਨ ਜਿਹੜੀ ਹੈਗੀ ਆ ਕਿਆ ਉਪਯੋਗੀ ਹੈ, ਕਿਆ ਉਹਦੇ ਥਰੂ ਹੀ ਇਲੈਕਸ਼ਨ ਹੋਣਾ ਚਾਹੀਦਾ ਹੈ, ਉਹ ਇੱਕ ਡਿਫਰੈਂਟ ਡਿਬੇਟ ਹੈ, ਉਹ ਆਪਾਂ ਕਰ ਸਕਦੇ ਹਾਂ, ਉਹਦੇ ਪਰ ਆਪਾਂ ਲੰਬਾ ਚੌੜਾ ਡਿਬੇਟ ਕਰ ਸਕਦੇ ਹਾਂ। ਚਲੋ, ਮੈਂ ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਕੀ ਹੁਣ ਇਹ ਸਿਆਸੀ ਧਿਰਾਂ ਦੇ ਕਾਰਕੁਨ ਆ ਜਿਹੜੇ ਉੱਥੇ ਟੈਂਟ ਲਾ ਕੇ ਬੈਠਣਗੇ? ਕੀ ਜਿਹੜੀ 3 ਟੀਅਰ ਸਿਕਿਉਰਿਟੀ ਦੀ ਗੱਲ ਹੋ ਰਹੀ ਹੈ ਇਹ 4 ਟੀਅਰ ਸਿਕਿਉਰਿਟੀ ਉਹਨੂੰ ਬਣਾਉਣਾ ਚਾਹੁੰਦੇ ਆ? ਅਸਲ ਮਸਲਾ ਹੈ ਕੀ ਹੈ? ਕਿਉਂ ਵਿਸ਼ਵਾਸ ਤੇ ਭਰੋਸੇਯੋਗਤਾ ਵਾਲਾ ਸਵਾਲ ਹੈ ਜਿਹੜਾ ਚੁੱਕਿਆ ਜਾ ਰਿਹਾ ਹੈਗਾ? ਸਵਾਲ ਤਾਂ ਇਹੀ ਹੈ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ। ਈਵੀਐਮ ਬਹਾਨੇ ਕਿਸ ਤੇ ਕੀ ਨੇ ਨਿਸ਼ਾਨੇ? ਅਸੀਂ ਵੱਡਾ ਸਵਾਲ ਪੁੱਛਿਆ, ਸਰਹੱਦੀ ਸੂਬੇ ਪੰਜਾਬ ਸੁਰੱਖਿਆ ਦਾ ਮੁੱਦਾ ਸਿਆਸਤ ਮੁੱਕਣ ਕਿਉਂ ਨਹੀਂ ਦਿੰਦੀ? ਅਹਿਬਾਬ ਸਿੰਘ ਗਰੇਵਾਲ, ਇਹ ਤੁਹਾਡੀ ਚਿੱਠੀ ਮੈਂ ਪਹਿਲਾਂ ਵੀ ਕਿਹਾ ਸੀਗਾ, ਮੈਨੂੰ ਥੋੜਾ ਸ਼ਾਇਦ ਸਮਝ ਨਾ ਆਈ ਹੋਵੇ। ਈਵੀਐਮ ਦੀ ਇੰਟਰਨਲ ਸਿਕਿਉਰਿਟੀ ਦਾ ਮੁੱਦਾ ਤਾਂ ਨਹੀਂ ਚੁੱਕਦੇ ਪਏ ਤੁਸੀਂ ਵੀ ਕੋਈ ਜੇ ਟੈਂਪਰਿੰਗ ਹੋ ਸਕਦੀ ਹੈ, ਕੁਝ ਸਿਰ ਬਾਹਰਲੀ ਗੱਲ ਕਰਦੇ ਹੋ ਨਾ ਅਹਿਬਾਬ ਜੀ? ਕੇਪੀ ਜੀ ਔਨ ਰਿਕਾਰਡ ਚਿੱਠੀ ਮੈਂ ਬੜੀ ਕਲੀਅਰਲੀ ਪੜ੍ਹੀ ਹੈ। ਅਸੀਂ ਕਹਿ ਰਹੇ ਹਾਂ ਕਿ ਜਿਹੜੇ ਪ੍ਰੋਸੀਜਰਸ ਫੋਲੋ ਕੀਤੇ ਗਏ ਹੈ ਤੇ ਜਿਹੜੇ ਵੀ ਪ੍ਰੋਸੀਜਰਸ ਦੇ ਵਿੱਚ ਤਹਿਤ ਇਹਨਾਂ ਨੂੰ ਰੱਖਣਾ ਚਾਹੀਦਾ, ਉਹਦੇ ਵਿੱਚ ਕਮੀਆਂ ਸਾਨੂੰ ਨਜ਼ਰ ਆਈਆਂ। ਕਿਉਂਕਿ ਸਾਨੂੰ ਉਹ ਪ੍ਰੋਸੀਜਰ ਦੇ ਵਿੱਚ ਕਮੀਆਂ ਨਜ਼ਰ ਆਈਆਂ, ਅਸੀਂ ਉਹ ਪੁਆਇੰਟ ਆਊਟ ਕੀਤੀਆਂ। ਕਿਉਂਕਿ ਅੱਜ ਡੇ 3 ਹੋ ਗਿਆ, ਜਦੋਂ ਉਹ ਕਮੀਆਂ ਨਹੀਂ ਕੰਪਲੀਟ ਹੋਈਆਂ, ਨਹੀਂ ਦੂਰ ਕੀਤੀਆਂ ਗਈਆਂ, ਤੇ ਅਸੀਂ ਲੈਟਰ ਦਿੱਤੀ ਵੀ ਅਸੀਂ ਸਿਰਫ ਫਿਜ਼ੀਕਲ ਪ੍ਰੋਸੀਜਰਸ ਦੀ ਗੱਲ ਕਰ ਰਹੇ ਹਾਂ। ਜਿਹੜਾ ਤੁਸੀਂ ਨੇ ਸਵਾਲ ਲਿਆਂਦਾ ਸੀ ਮੈਂ ਤਾਂ ਪੁੱਛ ਲਿਆ। ਅਹਿਬਾਬ ਜੀ, 3 ਵਾਰੀ ਤੁਸੀਂ ਦਿੱਲੀ ਜਿੱਤੇ ਆ ਸਰ, ਉੱਥੇ ਈਵੀਐਮ ਦੀ ਸਿਕਿਉਰਿਟੀ ਦਾ ਕੋਈ ਮੁੱਦਾ ਤਾਂ ਨਹੀਂ ਉੱਠਿਆ ਸੀਗਾ ਕਿ ਉੱਠਿਆ ਸੀ? ਸਰ ਤੁਹਾਨੂੰ ਸ਼ਾਇਦ ਯਾਦ ਹੋਊਗਾ, ਪਹਿਲੀ ਵਾਰੀ ਦਿੱਲੀ 'ਚ ਵੀ ਇਹ ਪ੍ਰੋਸੀਜਰਲ ਲੈਪਸਿਸ ਸੀਗੀਆਂ। ਅਸੀਂ ਉਦੋਂ ਵੀ ਇਹ ਕਿਹਾ, ਅਸੀਂ ਉਦੋਂ ਵੀ ਪ੍ਰੋਸੀਜਰਲ ਲੈਪਸਿਸ ਵੱਲ ਅਸੀਂ ਦਿਖਾਇਆ ਕਿ ਆਹ ਪ੍ਰੋਸੀਜਰਲ ਲੈਪਸਿਸ ਨੇ, ਪਲੀਜ਼ ਆਹ ਪ੍ਰੋਸੀਜਰਲ ਲੈਪਸਿਸ ਪੂਰੀਆਂ ਕਰ ਦਿਓ। ਜਿਹੜਾ ਤੁਹਾਡਾ ਇਸ਼ਾਰਾ ਹੈ, ਅਸੀਂ ਇਹ ਮੰਨ ਕੇ ਚੱਲੀਏ ਜਦੋਂ ਤੁਸੀਂ ਇਹ ਪ੍ਰੋਸੀਜਰ ਲੈਪਸਿਸ ਦਾ ਮੁੱਦਾ ਚੁੱਕਦੇ ਤੁਹਾਡੀ ਸਰਕਾਰ ਆਉਂਦੀ ਹੈ, ਇਹ ਮੰਨ ਕੇ ਚੱਲੀਏ? ਤੁਹਾਡੇ ਮੂੰਹ 'ਚ ਘਿਓ ਸ਼ੱਕਰ, ਸਰਕਾਰ ਤਾਂ ਆ ਜਾਣੀ ਹੈ। ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕੇਪੀ ਜੀ, ਮੈਂ ਕਹਿਣਾ ਇਹ ਚਾਹੁੰਦਾ ਕਿ ਦੇਖੋ, ਇਲੈਕਸ਼ਨ ਕਮਿਸ਼ਨ ਨੂੰ ਪਹਿਲਾਂ ਮੈਂ ਵਧਾਈ ਦਿੱਤੀ, ਪ੍ਰਸ਼ਾਸਨ ਨੂੰ ਵਧਾਈ ਦਿੱਤੀ ਕਿ ਇਹਨਾਂ ਨੇ ਮੋਰ ਔਰ ਲੈਸ ਫ੍ਰੀ ਔਰ ਫੇਅਰ ਇਲੈਕਸ਼ਨਸ ਕਰਾ ਲਈਆਂ। ਤੁਸੀਂ ਸਰ ਵਧਾਈ ਦਿੱਤੀ, ਲੋਕਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹਰਾਂ ਦਾ ਪਹਿਲਾ ਬਿਆਨ ਸੁਣਿਓ ਸਰ, ਜਦੋਂ ਉਹਨਾਂ ਨੇ ਇਹ ਸਵਾਲ ਚੁੱਕੇ ਆ। ਜੀ ਮੈਂ ਮੰਨਦਾ, ਉਹਨਾਂ ਨੇ ਜਿਹੜੇ ਸਵਾਲ ਚੁੱਕੇ ਆ, ਉਹਨਾਂ ਨੇ ਪ੍ਰੋਸੀਜਰਲ ਲੈਪਸਿਸ ਤੇ ਬਿਆਨ ਚੁੱਕੇ ਆ ਸਰ। ਮੈਂ ਕਹਿ ਰਿਹਾ ਕਿ ਜਿੱਥੇ ਪ੍ਰੋਸੀਜਰਲ ਲੈਪਸ ਹੋਇਆ, ਹੁਣ ਜਿਹੜੀ ਗੱਲ ਬਰਾਗੀ ਜੀ ਕਰ ਰਹੇ ਸੀ, ਮੈਂ ਕਿਤੇ ਸਹੀ ਮੰਨਦਾ ਕਿ ਜਿਹੜੇ ਕਨਸਟੀਟਿਊਸ਼ਨਲ ਅਦਾਰੇ ਆ ਉਹ ਅੰਡਰ ਪ੍ਰੈਸ਼ਰ ਨੇ, ਪਹਿਲੀ ਵਾਰੀ ਆਪਣੇ ਇਤਿਹਾਸ 'ਚ ਅੰਡਰ ਪ੍ਰੈਸ਼ਰ ਨੇ, ਤਾਂ ਉਹਨਾਂ ਤੋਂ ਵੀ ਪ੍ਰੈਸ਼ਰ ਰਿਲੀਵ ਕਰਨ ਲਈ ਉਹਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਹੈ ਕਿ ਬਾਕੀ ਪਾਰਟੀਆਂ ਵੀ ਸਾਨੂੰ ਸਪੋਰਟ ਦੇਣੀ ਹੈ, ਤਾਂ ਹੀ ਤਾਂ ਉਹ ਡੋਮੀਨੇਸ਼ਨ ਦੇ ਖਿਲਾਫ ਖੜੇ ਹੋ ਪਾਉਣਗੇ। ਅਹਿਬਾਬ ਜੀ, ਪ੍ਰੈਸ਼ਰ 'ਚ ਮਤਲਬ ਕੇਂਦਰ ਦੀ ਸਰਕਾਰ ਦੇ ਪ੍ਰੈਸ਼ਰ ਹੇਠ ਹੈ ਇਲੈਕਸ਼ਨ ਕਮਿਸ਼ਨ? ਨਹੀਂ, ਇਲੈਕਸ਼ਨ ਕਮਿਸ਼ਨ, ਮੈਂ ਜਨਰਲ ਕਨਸਟੀਟਿਊਸ਼ਨਲ ਅਦਾਰੇ ਜਿਹੜੇ ਆਪਣੇ ਦੇਸ਼ ਦੇ ਆ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਦੇ ਆਰ ਅੰਡਰ ਅਟੈਕ, ਐਂਡ ਇਫ ਦੇ ਆਰ ਅੰਡਰ ਅਟੈਕ, ਉਹਨਾਂ ਨੂੰ ਆਪੋਜੀਸ਼ਨ ਦੀ ਸਪੋਰਟ ਦੀ ਲੋੜ ਹੈ। ਮੈਂ ਮੰਨਦਾ ਇਸ ਗੱਲ ਨੂੰ, ਅਸੀਂ ਦੇਵਾਂਗੇ ਸਪੋਰਟ। ਚਲੋ ਅਮਨਜੋਤ ਜੀ, ਇਹਨਾਂ ਦਾ ਸਵਾਲ ਬੜਾ ਸਾਫ਼ ਹੋ ਗਿਆ। ਹੁਣ ਈਵੀਐਮ ਦੀ ਇੰਟਰਨਲ ਸਿਕਿਉਰਿਟੀ ਦਾ ਕੋਈ ਮੁੱਦਾ ਨਹੀਂਗਾ, ਜਿਹੜਾ ਬਾਹਰਲਾ ਪ੍ਰੋਸੀਜਰ ਹੈਗਾ ਸਾਰਾ, ਜਿਹੜਾ 3 ਟੀਅਰ ਸਿਕਿਉਰਿਟੀ ਦੀ ਗੱਲ ਕਰਦੇ ਆ, ਉਹ ਸਾਰਾ ਮੁੱਦਾ ਹੈਗਾ। ਤੇ ਜਿਹੜਾ ਇਹ ਕਹਿੰਦੇ ਕਿ ਪ੍ਰਭਾਵ ਹੇਠ ਹੈ, ਉਹਦੇ ਵਿੱਚ ਆਪੋਜੀਸ਼ਨ ਆ ਜਿਹੜੀ ਉਹ ਸਟੈਂਡ ਲੈਂਦੀ ਹੈ ਤੇ ਸਹਿਯੋਗ ਦਿੰਦੀ ਹੈ। ਅਮਨਜੋਤ ਜੀ,
ਹੁਣ ਤਾਂ ਕਲੀਅਰ ਹੋ ਗਿਆ ਨਾ, ਤੁਹਾਡੇ ਤੇ ਕੋਈ ਉਹਨਾਂ ਦਾ ਉਹ ਨਹੀਂ ਹੈਗਾ। ਹਾਂਜੀ, ਮੈਂ ਇੱਕ ਗੱਲ ਭਾਈ ਸਾਹਿਬ ਨੇ ਕਹੀ ਸੀ, ਬੂਟਾ ਸਿੰਘ ਜੀ ਨੇ, ਦੇਖੋ ਈਵੀਐਮ ਮਸ਼ੀਨਾਂ ਦੇ ਵਿੱਚ ਜਦੋਂ ਪਾਵਰ ਹੀ ਹੈ ਨਹੀਂ, ਉਹ ਹਾਈਕ ਹੋ ਨਹੀਂ ਸਕਦੀ ਹੈ ਕਿ ਜਦੋਂ ਇੱਕ ਚਿੱਪ ਪਈ ਹੈ, ਚਿੱਪ ਨੂੰ ਥੋੜਾ ਹਾਈਕ ਕਰ ਲਓਗੇ। ਔਰ ਇੱਕ ਹੋਰ ਗੱਲ ਮੈਂ ਦੱਸਦਾ ਕਿ ਹਾਈਕ ਕਰਨੀ ਆ ਤੇ ਉਹ ਚੇਂਜ ਕਰਨੀ ਆ ਜਾਂ ਅੰਦਰ ਜਾ ਕੇ ਚੇਂਜ ਮੁੱਦਾ ਨਹੀਂ ਹੈਗਾ ਅਮਨਜੋਤ ਜੀ, ਇਹ ਮੁੱਦਾ ਨਹੀਂ ਹੈਗਾ। ਈਵੀਐਮ ਹੈ ਹੋ ਰਹੀਆਂ ਨਹੀਂ ਹੋ ਰਹੀਆਂ, ਮੁੱਦਾ ਨਹੀਂ ਹੈਗਾ ਨਾ ਅਮਨਜੋਤ ਜੀ, ਸਿਕਿਉਰਿਟੀ ਦਾ ਮੁੱਦਾ ਹੈ, ਬੜਾ ਸਧਾਰਨ ਮੁੱਦਾ ਹੈ, ਬੜਾ ਸਿੰਪਲ ਸਵਾਲ ਹੈ। ਮੈਨੂੰ ਤਾਂ, ਮੈਂ ਤੁਹਾਨੂੰ ਫਿਰ ਕਹਿ ਦਿੰਦੀ ਹਾਂ ਜੀ, ਮੈਂ ਖੁਦ ਵੀ ਪਿਛਲੀ ਵਾਰ 5 ਸਾਲ ਪਹਿਲਾਂ ਮੇਰਾ ਡਿਊਟੀ ਸੀਗੀ, ਸਾਡੀ ਇੱਥੇ ਇਲੈਕਸ਼ਨ ਜਿਹੜੀਆਂ ਲੋਕਲ ਵੀ ਹੋਈਆਂ, ਕਦੇ ਇਹ ਨਹੀਂ ਹੁੰਦਾ ਕਿ ਜਿਹੜੀ ਸਿਕਿਉਰਿਟੀ ਜਿੱਥੇ ਮਸ਼ੀਨਾਂ ਪਈਆਂ ਉਹ ਬਿਲਡਿੰਗ ਕਮਜ਼ੋਰ ਹੋਵੇ ਜਾਂ ਬਿਲਡਿੰਗ ਦੀ ਨਿਗਰਾਨੀ ਨਾ ਠੀਕ ਹੋਵੇ। 3-3 4-4 ਉੱਥੇ ਕੈਂਪ ਲੱਗੇ ਹੁੰਦੇ ਆ ਪੁਲਿਸ ਦੇ। ਔਰ ਜੇ ਕਈ ਥਾਵਾਂ ਤੇ ਆਮ ਆਦਮੀ ਪਾਰਟੀ ਨੇ ਹੁਣ ਵੀ ਕੈਂਪ ਲਾਏ ਆ, 1-2 ਥਾਵਾਂ ਤੇ, ਸ਼ਾਇਦ ਉਹਦੇ ਚ ਇੱਕ ਮੋਹਾਲੀ ਵੀ ਆ। ਔਰ ਜੇ ਇਹਨਾਂ ਨੂੰ ਨਹੀਂ ਆਪਦਾ ਜਾਂਚ ਹੈਗੀ ਤੇ ਨਹੀਂ ਵਿਸ਼ਵਾਸ ਹੈਗਾ, ਕੈਂਪ ਲਾ ਲਓ। ਪਰ ਸਾਨੂੰ ਤਾਂ ਵਿਸ਼ਵਾਸ ਆ, ਸਾਨੂੰ ਤਾਂ ਇਲੈਕਸ਼ਨ ਕਮਿਸ਼ਨ ਤੇ ਵੀ ਵਿਸ਼ਵਾਸ ਹੈ, ਔਰ ਸਾਨੂੰ ਗਵਰਨਰ ਸਾਹਿਬ ਤੇ ਵੀ ਵਿਸ਼ਵਾਸ ਹੈ, ਔਰ ਸਾਨੂੰ ਡੀਜੀਪੀ ਸਾਹਿਬ ਤੇ ਵੀ ਵਿਸ਼ਵਾਸ ਹੈ। ਸਾਨੂੰ ਤਾਂ ਕੋਈ ਇਹਦੇ ਤੇ ਹੈ ਨਹੀਂਗਾ ਕਿ ਪੁਲਿਸ ਕਿਤੇ ਨਾ ਕਿਤੇ ਇਹ ਬਿਨਾਂ ਗੱਲ ਤੋਂ ਮੁੱਦਾ ਚੱਕਦੇ ਪਏ ਅਮਨਜੋਤ ਜੀ, ਬਿਨਾਂ ਗੱਲ ਤੋਂ ਮੁੱਦਾ ਚੱਕਦੇ ਪਏ, ਐਵੇਂ ਆਪਾਂ ਡਿਬੇਟ ਕਰ ਲਈ ਇਹਨਾਂ ਦੇ ਮੁੱਦੇ ਤੇ। ਮੈਨੂੰ ਲੱਗਦਾ ਜੀ ਇਹਨਾਂ ਨੂੰ, ਮੈਂ ਤੁਹਾਨੂੰ ਕਿਹਾ ਵੀ ਜਦੋਂ ਇੱਕ ਗੱਲ ਹੁੰਦੀ ਹੈ, ਕਈ ਵਾਰੀ ਵਹਿਮ ਹੋ ਜਾਂਦਾ ਇਨਸਾਨ ਨੂੰ, ਤੇ ਪਾਰਟੀ ਨੂੰ ਵਹਿਮ ਹੋ ਗਿਆ। ਔਰ ਸ਼ਾਇਦ 10 ਤਰੀਕ ਬੜੀ ਦੂਰ ਆ, ਔਰ ਇੰਨੇ ਤੇ ਨੀਂਦ ਵੀ ਨਹੀਂ ਆਉਣੀ ਬਹੁਤ ਸਾਰੇ ਜਾਣਿਆਂ ਨੂੰ। ਉਹਨਾਂ ਚ ਸ਼ਾਇਦ ਮੈਂ ਵੀ ਇੱਕ ਹੋਵਾਂ ਕਿ ਅਸੀਂ ਵੀ ਲੋਕਾਂ ਦੀ ਮਦਦ ਕੀਤੀ, ਇਹਨਾਂ ਦੀ ਵੀ ਜਿੱਤ ਜਾਣ ਵਾਹਿਗੁਰੂ ਵੀ ਕਰਦੇ ਲੋਕ। ਇਹ ਸਾਰੀਆਂ ਗੱਲਾਂ ਵਿੱਚ ਹੁੰਦੀਆਂ, ਪਰ ਕੋਈ ਘਬਰਾਉਣ ਦੀ ਲੋੜ ਨਹੀਂ ਹੈ। ਮੇਰਾ ਖਿਆਲ ਨਹੀਂ ਹੈ ਕਿ ਕੋਈ ਵੀ ਇਹ ਗੜਬੜ ਹੋ ਸਕਦੀ ਹੈ। ਕਾਂਗਰਸ ਨੂੰ ਤਾਂ ਨਹੀਂ ਕੋਈ ਵਹਿਮ ਹੈਗਾ, ਇਹਨਾਂ ਨੂੰ ਤਾਂ ਵਹਿਮ ਹੈਗਾ ਕਾਂਗਰਸ ਨੂੰ। ਕਾਂਗਰਸ ਦਾ ਡੀਜੀਪੀ ਸਾਹਿਬ ਇਹਨਾਂ ਦੇ ਹੀ ਲਾਏ, ਇਹਨਾਂ ਨੂੰ ਕੀ ਵਹਿਮ ਹੋਣਾ। ਬੂਟਾ ਸਿੰਘ ਬਰਾਗੀ, ਚਲੋ ਕੁਝ ਹਲਕੀਆਂ ਫੁਲਕੀਆਂ ਗੱਲਾਂ ਵੀ ਹੋ ਜਾਂਦੀਆਂ। ਬੂਟਾ ਸਿੰਘ ਬਰਾਗੀ, ਇਹ ਬੜਾ ਸੰਜੀਦਗੀ ਵਾਲਾ ਇਸ਼ੂ ਹੈਗਾ, ਕਿਉਂਕਿ ਇਹਦੇ ਵਿੱਚ ਪੰਜਾਬ ਦੇ ਵੋਟਰ ਦਾ ਮਤ ਪਿਆ ਹੋਇਆ, ਤੇ ਉਸ ਮਤ ਦਾ ਇਸਤੇਮਾਲ ਆ ਜਿਹੜਾ ਉਹ ਪੰਜਾਬ ਦੇ 5 ਸਾਲ ਦੇ ਭਵਿੱਖ ਨਾਲ ਜੁੜਿਆ ਹੋਇਆ। ਡਾਕਟਰ ਬੂਟਾ ਸਿੰਘ ਬਰਾਗੀ, ਜੇ ਤੁਸੀਂ ਲੋਕ ਆਮ ਆਦਮੀ ਪਾਰਟੀ ਦੇ ਮੁੱਦੇ ਨੂੰ ਸਹੀ ਮੰਨਦੇ ਹੋ, ਫਿਰ ਤੁਸੀਂ ਚੁੱਪ ਕਿਉਂ ਬੈਠੇ ਹੋ? ਬੂਟਾ ਸਿੰਘ ਬਰਾਗੀ, ਇੱਥੇ ਆ ਕੇ ਤੁਸੀਂ ਬੋਲਦੇ ਪਏ ਹੋ, ਕੋਈ ਡਾਊਟ ਨਹੀਂ ਇਹਦੇ ਵਿੱਚ, ਪਰ ਪਾਰਟੀ ਲਾਈਨ ਆ ਤੁਹਾਡੀ ਜਾਂ ਪਾਰਟੀ ਲੀਡਰਸ਼ਿਪ ਹੈ ਇਸ ਮੁੱਦੇ ਤੇ ਬਿਲਕੁਲ ਨਹੀਂ ਬੋਲਦੀ ਪਈ। ਇਹ ਤੁਹਾਡਾ ਮੁੱਦਾ ਥੋੜੀ ਹੈਗਾ ਸਰ। ਸਿਕਿਉਰਿਟੀ ਤਾਂ ਇਲੈਕਸ਼ਨ ਕਮਿਸ਼ਨ ਦੇ ਅੰਡਰ ਹੈ, ਸਾਰਾ ਕੁਝ ਉਹਦੇ ਅੰਡਰ ਹੈ, ਤੁਹਾਡੇ ਅੰਡਰ ਤਾਂ ਨਹੀਂ ਹੈਗਾ। ਹੁਣ ਕਿਉਂ ਘਬਰਾਈ ਜਾਂਦੇ ਸਿਕਿਉਰਿਟੀ ਦੇ ਮੁੱਦੇ ਤੇ? ਇਹ ਪੀਐਮ ਦੀ ਸਿਕਿਉਰਿਟੀ ਦਾ ਮਸਲਾ ਨਹੀਂ ਹੈਗਾ। ਬੋਲੋ ਬੂਟਾ ਸਿੰਘ ਜੀ। ਸਿਕਿਉਰਿਟੀ ਦਾ ਮੁੱਦਾ ਚਾਹੇ ਇੰਟਰਨਲ ਹੋਵੇ ਚਾਹੇ ਐਕਸਟਰਨਲ ਹੋਵੇ, ਜਿਹੜਾ ਵੀ ਕੋਈ ਧਿਰ ਕੋਈ ਵੀ ਪਾਰਟੀ ਸਟੈਂਡ ਲੈਂਦੀ ਹੈ, ਅਸੀਂ ਉਹਨੂੰ ਕਦੇ ਵੀ ਗਲਤ ਨਹੀਂ ਕਹਿੰਦੇ, ਕਿਉਂਕਿ ਸਿਕਿਉਰਿਟੀ ਤਾਂ ਸਿਕਿਉਰਿਟੀ ਹੋਈ ਆ। ਜੇ ਸਿਕਿਉਰ ਹੋਵਾਂਗੇ ਤਾਂ ਸਾਰੇ ਹੀ ਪ੍ਰਫੁੱਲਤ ਹੋਵਾਂਗੇ। ਹਾਂ, ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਵੀ ਪੰਜਾਬ ਦੇ ਲੋਕਾਂ ਦੀ ਮਤ ਈਵੀਐਮ ਦੇ ਵਿੱਚ ਇੱਕ ਹਿਸਾਬ ਨਾਲ ਅੱਜ ਦੀ ਤਰੀਕ ਦੇ ਵਿੱਚ ਪਈ ਆ, ਤੇ ਉਹ 10 ਤਰੀਕ ਨੂੰ ਪਤਾ ਲੱਗੂਗਾ ਵੀ ਕਿਹਦੇ ਹੱਕ 'ਚ ਖੁੱਲਦੀ ਆ, ਕਿਵੇਂ ਨਹੀਂ ਖੁੱਲਦੀ। ਹਾਂ, ਜੇ ਐਵੇਂ ਹੁਣ ਵਾਹਿਗੁਰੂ ਕਰੀ ਜਾਣਾ, ਉਹ ਵੀ ਮੈਨੂੰ ਲੱਗਦਾ ਇੱਕ ਵਹਿਮ ਤੇ ਅੰਧ ਵਿਸ਼ਵਾਸੀ ਵਾਲੀ ਗੱਲ ਹੋਊਗੀ। ਜਿੱਥੋਂ ਤੱਕ ਗੱਲ ਹੈਗੀ ਸੁਹਿਰਦਤਾ ਦੀ, ਕੇਪੀ ਜੀ, ਜਿੰਨੀ ਸੁਹਿਰਦਤਾ ਅਸੀਂ ਅੱਜ ਦਿਖਾ ਰਹੇ ਆ, ਜੇ ਇੰਨੀ ਸੁਹਿਰਦਤਾ, ਮੈਂ ਕੋਈ ਅੱਜ ਦੀ ਤਰੀਕ ਦੇ ਵਿੱਚ, ਕਿਉਂਕਿ ਗਵਰਨਮੈਂਟ ਕੀ ਦੀ ਹੁੰਦੀ, ਮੈਂ ਪਾਰਟੀ ਬਾਜੀ ਜਾਂ ਕੋਈ ਅਟੈਕਿੰਗ ਮੂਡ ਦੇ ਵਿੱਚ ਹੈ ਨਹੀਂਗਾ। ਸਾਨੂੰ ਡੈਮੋਕ੍ਰੇਸੀ ਨੂੰ ਬਚਾਉਣ ਲਈ ਵੀ ਕਰਨੀ ਚਾਹੀਦੀ ਆ। ਅੱਜ ਤਾਂ ਜਿਹੜਾ 10 ਕੁ ਦਿਨਾਂ ਦਾ ਇੱਕ ਪ੍ਰੋਸੀਜਰ ਹੈਗਾ ਵਾ, ਇਸ ਨੂੰ ਲੈ ਕੇ ਅਸੀਂ ਸੁਹਿਰਦ ਹੋਏ ਆ, ਇਨਕਲੂਡਿੰਗ ਮੀ, ਗਰੇਵਾਲ ਸਾਹਿਬ, ਸਾਰੇ ਹੀ ਅਸੀਂ। ਪਰ ਓਵਰਆਲ ਜਿਹੋ ਜਿਹਾ ਕੁਛ ਅਸੀਂ ਵਿਟਨੈਸ ਕੀਤਾ ਜਾਂ ਹੁੰਦਾ ਵਾ ਡੈਮੋਕ੍ਰੇਸੀ ਨੂੰ, ਸਾਨੂੰ ਸਾਰਿਆਂ ਨੂੰ ਹੀ ਸੁਹਿਰਦ ਹੋਣਾ ਚਾਹੀਦਾ। ਹਾਂ, ਜੇ ਮੈਂ ਪੋਲੀਟੀਕਲੀ ਥੋੜੀ ਜੀ ਗੱਲ ਕਰਾਂ, 217 ਵਿੱਚ ਸੀ ਵੋਟਰ ਦਾ ਸਰਵੇ 100 ਸੀਟ ਦਾ ਸੀ, ਮੈਂ ਵੀ ਉਦੋਂ ਉੱਥੇ ਸੀ, ਤੇ ਅਸੀਂ ਬਾਹਰ ਲਾਏ ਸੀਗੇ, ਤੰਬੂ ਲਾ ਕੇ ਬੈਠੇ ਸੀਗੇ ਅਸੀਂ, ਠੀਕ ਹੈ ਨਾ ਜੀ, ਸਟਰੋਂਗ ਰੂਮ ਦੇ। ਤੇ ਉਦੋਂ ਜਦੋਂ ਇੱਕਦਮ ਡਿੱਗ ਪਈਆਂ ਵਿਕਟਾਂ, ਤੇ ਉਦੋਂ ਐ ਲੱਗਿਆ ਵੀ ਜਿਵੇਂ ਈਵੀਐਮ ਦੇ ਹੀ ਖਿਲਾਰੇ ਪਏ ਵੇ, ਸਾਰਾ ਕੁਝ ਉਹੀ ਹੋ ਗਿਆ। ਇਹ ਠੀਕ ਆ, ਕਿਤੇ ਨਾ ਕਿਤੇ ਹੁਣ ਉੱਥੇ ਪਏ ਆ, ਜਿਹੜਾ ਵੀ ਐਸਟੈਬਲਿਸ਼ਡ ਪ੍ਰੋਸੀਜਰ ਹੈਗਾ ਉਹ ਚ ਲੈਪਸਿਸ ਨਹੀਂ ਚਾਹੀਦੀਆਂ। ਚਲੋ, ਮੈਂ ਇੱਕ ਹੋਰ ਥੋੜਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਡਾਕਟਰ ਮੁਹੰਮਦ ਖਾਲਿਦ ਤੋਂ ਆਖਰੀ ਹਿੱਸੇ ਦੇ ਵਿੱਚ ਟੇਕ ਲਵਾਂ ਕਿ ਈਵੀਐਮਸ ਤੇ ਕਿਹੜਾ ਪੈਰਾ ਚਾਹੁੰਦੀ ਹੈ ਪੋਲਿਟਿਕਸ। ਸਵਾਲ ਬਹੁਤ ਸਾਰੇ ਹੈਗੇ, ਤੇ ਇਹਨਾਂ ਸਵਾਲਾਂ ਦੇ ਵਿਚਾਲੇ ਹੁਣ ਤੰਬੂ ਵਾਲਾ ਸਵਾਲ ਆ ਗਿਆ। ਤੰਬੂ ਕਿੰਦੇ ਲੱਗੇ ਰਹਿਣਗੇ ਤੇ ਤੰਬੂ ਕਿੰਦੇ ਉਖੜ ਜਾਣਗੇ, ਕੌਣ ਰੁਕਿਆ ਰਹੂਗਾ ਤੇ ਕੌਣ ਪਾਚੂਗਾ? ਸਵਾਲ ਇਹੀ ਹੈ। ਵਾਪਸ ਆ ਰਿਹਾ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਈਵੀਐਮ ਬਹਾਨੇ ਕਿਸ ਤੇ ਕੀ ਨਿਸ਼ਾਨੇ, ਅਸੀਂ ਵੱਡਾ ਸਵਾਲ ਹੀ ਪੁੱਛ ਰਹੇ। ਸਰਹੱਦੀ ਸੂਬੇ ਪੰਜਾਬ 'ਚ ਸੁਰੱਖਿਆ ਦਾ ਮੁੱਦਾ ਸਿਆਸਤ ਮੁੱਖ ਕਿਉਂ ਨਹੀਂ ਦਿੰਦੀ? ਡਾਕਟਰ ਮੁਹੰਮਦ ਖਾਲਿਦ, ਜਿਹੜੀਆਂ ਧਿਰਾਂ ਸਿਕਿਉਰਿਟੀ ਦੇ ਸਵਾਲ ਚੁੱਕਦੀਆਂ, ਕੀ ਉਹਨਾਂ ਦੀਆਂ ਵੋਟਾਂ ਦੇ ਵਿੱਚ ਪੂਰੀ ਤਰ੍ਹਾਂ ਪੋਲਿੰਗ ਏਜੰਟ, ਪੋਲਿੰਗ ਬੂਥ ਉੱਥੇ ਸਭ ਕੁਝ ਲੱਗੇ ਹੁੰਦੇ ਆ? ਜਿਹੜੇ ਵਾਰ-ਵਾਰ ਹੁਣ ਕਹਿੰਦੇ ਅਸੀਂ ਟੈਂਟ ਲਾ ਕੇ ਬਹਿ ਜਾਾਂਗੇ, ਇਹਨਾਂ ਦੇ ਟੈਂਟ ਉੱਥੇ ਪੂਰੇ ਹੁੰਦੇ ਆ ਸਰ ਜਿੱਥੇ ਵੋਟਾਂ ਪੈਂਦੀਆਂ? ਖਾਲਿਦ ਸਾਹਿਬ ਦੇਖੋ, ਜਿੱਥੇ ਵੋਟਾਂ ਪੈਂਦੀਆਂ ਉੱਥੇ ਦਾ ਡਿਫਰੈਂਸ, ਇੱਕ ਮਿੰਟ, ਜਿੱਥੇ ਵੋਟਾਂ ਪੈਂਦੀਆਂ ਉੱਥੇ ਦਾ ਸੀਨ ਡਿਫਰੈਂਟ ਹੁੰਦਾ। ਦੇਖੋ, ਵੋਟਾਂ ਜਿਸ ਵੇਲੇ ਪੈਂਦੀਆਂ ਉਹਦੇ ਅੰਦਰ ਪੋਲਿੰਗ ਏਜੰਟ ਹੁੰਦੇ ਆ ਹਰ ਇੱਕ ਕੈਂਡੀਡੇਟ ਦੇ, ਲੇਕਿਨ ਉਹ ਤਾਂ ਓਵਰ ਹੋ ਗਿਆ ਨਾ, ਉਹ ਤਾਂ ਸਿਲਸਿਲਾ ਖਤਮ ਹੋ ਗਿਆ। ਉਹਦੇ ਵਿੱਚ ਉਸ ਤੋਂ ਬਾਅਦ VOTING ਮਸ਼ੀਨ ਜਿਹੜੀ ਹੈਗੀ ਹੈ ਉਹ ਇਲੈਕਸ਼ਨ ਕਮਿਸ਼ਨ ਦੀ ਕਸਟਡੀ 'ਚ ਆ ਗਈ। ਉੱਥੇ ਪੋਲੀਟੀਕਲ ਪਾਰਟੀਆਂ ਨੇ ਕੁਝ ਲੈਣਾ ਦੇਣਾ ਨਹੀਂ ਹੈ। ਪੋਲੀਟੀਕਲ ਪਾਰਟੀਆਂ ਨੇ ਤਾਂ ਇਹ ਇਨਸ਼ੋਰ ਕਰਨਾ ਹੈ ਕਿ ਜਿਹੜੇ ਪ੍ਰੋਸੀਜਰ ਜਿਹੜੇ ਹੈਗੇ ਆ ਲੇਡ ਡਾਊਨ ਹੈ, ਉਹਦੇ ਮੁਤਾਬਕ ਸਾਡੀ ਜਿਹੜੀ VOTING ਮਸ਼ੀਨ ਹੈ, EVM ਹੈ, ਉਹ ਸਾਰੀਆਂ ਲਿਜਾਈਆਂ ਜਾ ਰਹੀਆਂ। ਨੰਬਰ 1, ਉੱਥੇ ਇਕੱਠੀਆਂ ਕੀਤੀਆਂ ਜਾ ਰਹੀਆਂ। ਨੰਬਰ 2, ਉਹਨਾਂ ਦੀ ਸਿਕਿਉਰਿਟੀ ਪ੍ਰੋਪਰ ਹੋ ਰਹੀ ਹੈ। ਨੰਬਰ 3, ਇੱਕ ਲੰਬੇ ਸਮੇਂ ਤੱਕ ਉਹੀ ਪ੍ਰੋਸੀਜਰ ਇਹ ਨਹੀਂ ਹੈ ਵੀ ਪਹਿਲੇ 2 ਦਿਨ ਸਿਕਿਉਰਿਟੀ ਟਾਈਟ ਕਰਕੇ ਉਸ ਤੋਂ ਬਾਅਦ ਢਿੱਲੀ ਹੋ ਜਾਵੇ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਨਸ਼ੋਰ ਕਰਨੀਆਂ ਹੁੰਦੀਆਂ। ਪੋਲੀਟੀਕਲ ਪਾਰਟੀਆਂ ਦਾ ਆਪਣੀ ਜਿਹੜੀਆਂ VOTING ਮਸ਼ੀਨਸ ਹੈ ਉਹਨਾਂ ਦੀ ਸਿਕਿਉਰਿਟੀ ਬਾਰੇ ਜਾਂ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਰੱਖਣ ਵਾਲੇ ਜਿਹੜਾ ਕੰਸਰਨ ਹੈ ਉਹ ਬਿਲਕੁਲ ਸਹੀ ਹੈ। ਡਾਕਟਰ ਖਾਲਿਦ, ਇਹ ਤਾਂ ਆਪਦੇ ਮੋਬਾਈਲ ਤੇ ਐਕਸੈਸ ਮੰਗਦੇ ਪਏ ਹੁੰਦਾ ਕਿ ਸਾਨੂੰ ਐਕਸੈਸ ਮਿਲੇ। ਦੇਖੋ, ਮੈਨੂੰ ਨਹੀਂ ਪਤਾ ਕਿ ਅਗਰ ਲੇਟ ਡਾਊਨ ਪ੍ਰੋਸੀਜਰ ਦੇ ਵਿੱਚ ਇਹ ਦਿੱਤਾ ਹੋਇਆ ਤਾਂ ਐਕਸੈਸ ਹੋਣੀ ਚਾਹੀਦੀ ਹੈ ਜਾਂ ਅੱਗੇ ਨੂੰ ਇਹਦੀ ਅਮੈਂਡਮੈਂਟ ਕਰਨੀ ਚਾਹੀਦੀ ਹੈ। ਵੈਸੇ ਤਾਂ ਹੈਗਾ ਕਿ CCTV ਕੈਮਰੇ ਲਾ ਕੇ ਕੋਈ ਐਪ ਡਿਵੈਲਪ ਕਰ ਲੈਣੀ ਚਾਹੀਦੀ ਹੈ ਇਲੈਕਸ਼ਨ ਕਮਿਸ਼ਨ ਨੂੰ ਕਿ ਜਿਹੜੇ ਕੈਂਡੀਡੇਟਾਂ ਦੀਆਂ ਜਾਂ ਕੋਈ ਜਿਹੜਾ ਉਹਨਾਂ ਦਾ ਨੋਡਲ ਜਿਹੜਾ ਲੀਡਰ ਹੈ ਉਸ ਦੇ ਉਹਦੇ ਨਾਲ ਅਟੈਚ ਕਰ ਦਿਓ, ਉਹ 24 ਘੰਟੇ ਦੇਖੀ ਚੱਲੇ ਕੀ ਹੋ ਰਿਹਾ ਉੱਥੇ। ਅਗਰ ਡਾਕਟਰ ਖਾਲਿਦ ਇਹ ਹੁੰਦਾ, ਡਾਕਟਰ ਖਾਲਿਦ ਇਹ ਹੁੰਦਾ, ਸਾਡੇ ਆਫਿਸ ਦੇ ਜਿਹੜੇ CCTV ਲੱਗੇ ਆ, ਘਰੇ ਬਹਿ ਕੇ ਤੁਸੀਂ ਉਹਦੇ ਮੋਬਾਈਲ ਤੇ ਦੇਖ ਸਕਦੇ ਹੋ ਇੱਥੇ ਆਫਿਸ ਹੋ ਕੀ ਰਿਹਾ ਸਾਡੇ, ਦੇਖ ਸਕਦੇ ਹੋ। ਮੈਂ ਕਿਹਾ ਜੀ ਇਹ ਤਾਂ ਪੋਸੀਬਲ ਹੁੰਦਾ ਹੈ ਅਗਰ ਪਹਿਲਾਂ ਤੋਂ ਹੀ ਇਹ ਡਿਸਾਈਡਡ ਹੋਵੇ। ਹੁਣ ਤੁਸੀਂ ਜਿਹੜਾ ਡਿਸਾਈਡ ਕਰੋਗੇ ਫਿਰ ਤਾਂ ਸਾਰਾ ਕੁਝ ਕਰਨਾ ਪਏਗਾ। ਇਲੈਕਸ਼ਨ ਕਮਿਸ਼ਨ ਨੂੰ ਇੱਕ ਨਵਾਂ ਖੜਾ ਹੋ ਜਾਏਗਾ ਕੰਮ, ਉਹ ਪਤਾ ਨਹੀਂ ਕਰ ਸਕੇਗਾ ਜਾਂ ਨਹੀਂ ਕਰ ਸਕੇਗਾ। ਇਸ ਕਰਕੇ ਹੁਣ ਤਾਂ ਜਿਹੜੇ ਆਲਰੇਡੀ ਡਿਸਾਈਡਡ ਪ੍ਰੋਸੀਜਰ ਹੈ ਉਹਦੇ ਮੁਤਾਬਕ ਹੀ ਹੋਏਗਾ, ਨਵੀਂ ਚੀਜ਼ ਹੁਣ ਨਹੀਂ ਆ ਸਕਦੀ। ਬਾਬ ਜੀ, ਤੁਸੀਂ ਇਹ ਡਿਮਾਂਡ ਕਰਦੇ ਪਏ ਹੋ ਤੁਹਾਡੇ ਉਮੀਦਵਾਰ ਨੂੰ ਮੋਬਾਈਲ ਤੇ ਮਿਲੇ ਸਾਰਾ ਕੁਝ? ਨਹੀਂ, ਮੈਂ KP ਜੀ ਤੁਹਾਨੂੰ ਦੱਸਦਾ, ਜਿਹੜਾ ਲੋਕਾਂ ਦਾ ਮੈਂਡੇਟ ਹੈ ਉਹ ਸੀਕ੍ਰੇਟ ਹੈ। ਅਸੀਂ ਕਹਿੰਦੇ ਕਈ ਥਾਵਾਂ ਤੇ ਤਾਂ ਸਰ ਜਿਹੜੀਆਂ ਸਕਰੀਨਸ ਬਾਹਰ ਲੱਗਣੀਆਂ ਹੋਣੀਆਂ ਚਾਹੀਦੀਆਂ ਨੇ ਨਾ, ਜਿਹੜੀਆਂ ਸਭ ਦੇ ਲਈ ਵਿਜ਼ਿਬਲ, ਉਹ ਸਕਰੀਨਸ ਵੀ ਅਵੇਲੇਬਲ ਹੈ ਨਹੀਂ। ਸੋ ਅਸੀਂ ਕਿਹਾ ਕਿ ਜਦੋਂ ਟੈਕਨੋਲੋਜੀ ਹੈਗੀ ਹੈ ਤੇ ਇਹਦੇ 'ਚ ਕੋਈ ਵੱਡੀ ਚੌੜੀ ਗੱਲ ਨਹੀਂ। KP ਜੀ, ਆਪਾਂ ਪੰਜਾਬ ਦੇ ਅਗਲੇ 5 ਸਾਲ ਦੇ ਭਵਿੱਖ ਦੀ ਗੱਲ ਕਰ ਰਹੇ ਹਾਂ। ਉਹ ਮੈਂਡੇਟ ਸੀਕ੍ਰੇਟ ਹੈ, ਲੋਕਾਂ ਦਾ ਸੀਕ੍ਰੇਟ ਮੈਂਡੇਟ ਹੈ। ਉਹਨੂੰ ਪ੍ਰੋਟੈਕਟ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕੋਤਾਹੀ ਨਹੀਂ ਹੋਣੀ ਚਾਹੀਦੀ। ਮੈਂ ਇੱਕ ਵਾਰੀ ਫੇਰ ਧੰਨਵਾਦੀ ਇਲੈਕਸ਼ਨ ਕਮਿਸ਼ਨ ਦਾ ਤੇ ਐਡਮਿਨਿਸਟ੍ਰੇਸ਼ਨ ਦਾ, ਜਿਨ੍ਹਾਂ ਨੇ ਬਾਏ ਐਂਡ ਲਾਰਜ ਪੀਸਫੁਲ ਤੇ ਚੰਗੀਆਂ ਇਲੈਕਸ਼ਨਾਂ ਕਰਾਈਆਂ। ਪਰ ਹੁਣ ਆਪਾਂ ਲੋਕਾਂ ਦੇ ਮੈਂਡੇਟ ਨੂੰ ਸਿਕਿਉਰ ਕਰੀਏ। ਸਰ, ਟਾਈਮ ਲੰਬਾ ਹੈ, ਟਾਈਮ 20 ਦਿਨ ਦਾ ਟਾਈਮ ਲੰਬਾ ਹੈ, ਉਹਦੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਘਾਟਵਾਦ ਨਾ ਹੋਵੇ। ਅਸੀਂ ਤਾਂ ਆਹ ਕਹਿ ਰਹੇ ਹਾਂ ਬਸ। ਨਹੀਂ, ਤੁਸੀਂ ਮੋਬਾਈਲ ਤੇ ਮੰਗਦੇ ਪਏ ਹੋ ਸਰ। ਅਸੀਂ, ਮੇਰੀ ਗੱਲ ਸੁਣੋ, ਅਸੀਂ ਕਿਹਾ ਵੀ ਜੇ ਤੁਹਾਨੂੰ ਕੋਈ ਸਕਰੀਨ ਲਾਂਚ ਪ੍ਰੋਬਲਮ ਆ ਰਹੀ, ਕਿੱਡੀ ਗੱਲ ਹੈ ਸਰ, ਟੈਕਨੋਲੋਜੀ ਦਾ ਜ਼ਮਾਨਾ, ਇੱਕ ਐਪ ਦੇ ਦਿਓ ਕੈਂਡੀਡੇਟ ਨੂੰ, ਦੇਖੀ ਜਾਂਦੇ, ਕਿੱਡੀ ਗੱਲ ਹੈ। ਬੂਟਾ ਸਾਹਿਬ ਬਰਾਗੀ, ਇਸ ਗੱਲ ਤੇ ਇਹਨਾਂ ਦੀ ਮਦਦ ਕਰੋ ਨਾ ਤੁਸੀਂ, ਇਹ ਤੁਹਾਡੀਆਂ ਹੀ ਵੋਟਾਂ ਕੱਲੀਆਂ ਨੇ ਥੋੜੀ ਪਈਆਂ ਉੱਥੇ। ਅਸੀਂ ਵਿਰੋਧ ਨਹੀਂ ਕਰ ਰਹੇ ਜੀ ਸਰ। ਵਿਰੋਧ ਨਾ ਕਰਨਾ ਵੀ ਸਰ, ਚੁੱਪ ਰਹਿਣਾ ਵੀ ਸਰ, ਉਹਦੇ ਵਿੱਚ ਵੀ ਹੁੰਦਾ। ਬੜੇ ਸਵਾਲ ਹੈ ਬੂਟਾ ਸਾਹਿਬ ਬਰਾਗੀ, ਮੈਨੂੰ ਸਮਝਾਉਣ ਦੀ ਜ਼ਰੂਰਤ ਨਹੀਂ ਹੈਗੀ, ਬੋਲਦੇ ਪਿਓ, ਬੋਲੋ। ਰਹਿਣਾ ਵੀ ਇੱਕ ਹਿਸਾਬ ਦੀ ਇੱਕ ਪੈਸਿਵ ਸਪੋਰਟ ਹੀ ਕਹੋਗੇ ਨਾ KP ਜੀ, ਤੁਸੀਂ ਸਿਆਣੇ ਹੋ। ਅਸੀਂ ਵਿਰੋਧ ਨਹੀਂ ਕਰ ਰਹੇ, ਬੜੇ ਤਰੀਕੇ ਨਾਲ ਚੱਲਦੇ ਪਏ ਸਾਰੇ। ਤੁਸੀਂ ਐਂ ਕਰੋ ਅਹਿਬਾਬ ਜੀ, ਇਹ ਮੁੱਦਾ ਕਿਉਂ ਚੁੱਕੀ ਜਾਂਦੇ ਹੋ? ਜਾਓ, ਪਹਾੜਾਂ ਤੇ ਬਰਫ਼ ਪਈ ਜਾਂਦੀ ਹੈ। ਉਹ ਮੇਰੇ ਬੱਚੇ ਦੇ ਪੇਪਰ ਹੈ ਜੀ, ਮੈਂ ਜਾਣਾ, ਪੇਪਰ ਮੁੱਕ ਕੇ ਜਾਵਾਂਗੇ ਜੀ, 2-3 ਦਿਨ ਰਹਿ ਗਏ। ਅਮਨਜੋਤ ਜੀ, ਆਮ ਆਦਮੀ ਪਾਰਟੀ ਸੁਰਖੀਆਂ 'ਚ ਰਹਿਣਾ ਚਾਹੁੰਦੀ ਹੈ, ਇਸ ਕਰਕੇ ਤਾਂ ਨਹੀਂ ਮੁੱਦਾ ਚੱਕਦੀ ਪਈ, ਜਾਂ ਵਾਕਈ ਇਹਨਾਂ ਦਾ ਸੀਰੀਅਸ ਕੰਸਰਨ ਹੈਗਾ? ਦੇਖੋ ਜੀ, ਤਾਂ ਇਹਨਾਂ ਨੂੰ ਪਤਾ ਹੋਊਗਾ, ਪਰ ਜੇ ਇਹ ਡੈਮੋਕ੍ਰੈਟਿਕ ਕੰਟਰੀ ਹੈ, ਜੇ ਇਹਨਾਂ ਨੂੰ ਸੈਟੀਸਫੈਕਸ਼ਨ ਨਹੀਂ ਤੇ ਇਹਨਾਂ ਨੇ ਚਿੱਠੀ ਲਿਖਤੀ ਤਾਂ ਕੋਈ ਇਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ। ਲਿਖਤੀ ਠੀਕ ਹੈ, ਇਹਨਾਂ ਦੀ ਆਪਣੀ ਮਰਜ਼ੀ ਆ, ਪਰ ਜਿਹੜੀ ਮਰਜ਼ੀ ਪਾਰਟੀ ਪੰਜਾਬ ਦੇ ਵਿੱਚ ਰਾਜ ਕਰਨ ਲਈ ਆਵੇ, ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਪੰਜਾਬ ਦੇ ਭਲੇ ਲਈ ਅਸੀਂ ਕੰਮ ਕਰਦੇ ਹਾਂ ਤੇ ਪੰਜਾਬ ਦੇ ਭਲੇ ਦੀ ਅਰਦਾਸ ਕਰਦੇ ਹਾਂ, ਤੇ ਜੋ ਵੀ ਪਾਰਟੀ ਅੱਗੇ ਮੁੱਖ ਮੰਤਰੀ ਬਣੇ ਪੰਜਾਬ ਦਾ ਭਲਾ ਕਰੇ। ਔਰ ਇਹ ਮੈਂ ਇਹਨਾਂ ਨੂੰ ਕਹਿਦਾ ਕਿ ਵਹਿਮ ਨਾ ਕਰੋ, ਕੋਈ ਗੜਬੜ ਨਹੀਂ ਹੋ ਸਕਦੀ ਸਿਕਿਉਰਿਟੀ ਦੇ ਵਿੱਚ। ਔਰ ਜਿਹੜੀ ਗਵਰਨਮੈਂਟ ਪੰਜਾਬ ਆ
और ਜਿਹੜਾ ਕੇਂਦਰ ਦੀ ਗਵਰਨਮੈਂਟ ਆ ਔਰ ਜੋ ਡੀਸੀ ਦੇ ਅੰਡਰ ਜਿਹੜਾ ਜ਼ਿਲ੍ਹਾ ਹੈ ਉਹਦੀ ਆਪਦੀ ਨੀਂਦ ਵੀ ਖਰਾਬ ਹੋ ਰਹੀ ਹੈ ਕਿ ਗੜਬੜ ਨਾ ਹੋ ਜਾਵੇ। ਤੁਸੀਂ ਬੇਫਿਕਰ ਹੋ। ਚਲੋ ਅਹਿਬਾਬ ਜੀ ਟੈਂਟ ਲਾਉਣੇ ਉੱਤੇ ਤੁਸੀਂ ਬਾਹਰ? ਸਰ ਜਿੱਥੇ ਕਿਤੇ ਪ੍ਰੋਸੀਜਰ ਲੈਪਸ ਹੋਊਗਾ ਅਸੀਂ ਉੱਥੇ ਤਾਂ ਅਸੀਂ ਕਮੀ ਪੂਰੀ ਕਰਾਂਗੇ। ਜਿੱਥੇ ਵੀ ਪ੍ਰੋਸੀਜਰ ਲੈਪਸ ਹੋਊਗਾ ਮੈਂ ਕੇਪੀ ਜੀ ਇਹੀ ਐਡ ਆਨ ਕਰਨਾ ਚਾਹੁੰਦਾ ਵੀ ਇਹਨਾਂ ਨੇ ਚਿੱਠੀ ਲਿਖੀ ਹੈ, ਵੈਲਕਮ ਆ। ਇਲੈਕਸ਼ਨ ਕਮਿਸ਼ਨ ਨੂੰ ਤੁਰੰਤ ਇਹਨਾਂ ਦੀ ਗ੍ਰੀਵੈਂਸਸ ਜਾਂ ਵਾਟਐਵਰ ਐਡਰੈਸ ਕਰਨੀਆਂ ਚਾਹੀਦੀਆਂ, ਕਿਉਂਕਿ ਜੇ ਕੋਈ ਵੀ ਚਿੱਠੀ ਦਾ ਜਵਾਬ ਲੀਗਲੀ ਜਾਂ ਕਨਸਟੀਟਿਊਸ਼ਨਲੀ ਨਹੀਂ ਹੁੰਦਾ ਤਾਂ ਉਹ ਕਿਤੇ ਨਾ ਕਿਤੇ ਅੱਗੇ ਕੋਈ ਉਹੋ ਜਿਹਾ ਇਸ਼ੂ ਕ੍ਰੀਏਟ ਕਰਦੀ ਹੈ। ਉਹਨੂੰ ਛੇਤੀ ਤੋਂ ਛੇਤੀ ਇਲੈਕਸ਼ਨ ਕਮਿਸ਼ਨ ਨੂੰ ਗ੍ਰੀਵੈਂਸਸ ਨੂੰ ਐਡਰੈਸ ਕਰਨਾ ਚਾਹੀਦਾ, ਲੈਟਰ ਦਾ ਪ੍ਰੌਮਪਟ ਜਵਾਬ ਦੇਣਾ ਚਾਹੀਦਾ, ਕਿਉਂਕਿ ਮੈਮ ਰਾਮੂ ਵਾਲੀਆ ਜੀ ਵੀ ਕੋਈ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਤੋਂ ਨਹੀਂ ਬੋਲ ਰਿਹਾ, ਰਿਪਰੈਜ਼ੈਂਟ ਕਰ ਰਿਹਾ, ਇਹਨਾਂ ਦੇ ਹੱਥ 'ਚ ਵੀ ਕੁਝ ਨਹੀਂ। ਇਲੈਕਸ਼ਨ ਕਮਿਸ਼ਨ ਨੂੰ ਇਹਦਾ ਪ੍ਰੌਮਪਟ ਐਕਸ਼ਨ ਲੈ ਕੇ ਐਡਰੈਸ ਕਰਨੀ ਚਾਹੀਦੀ ਲੈਟਰ। ਠੀਕ ਹੈ ਡਾਕਟਰ ਮੁਹੰਮਦ ਖਾਲਿਦ, ਇਲੈਕਸ਼ਨ ਕਮਿਸ਼ਨ ਨੂੰ ਹੁਣ ਸਾਰਾ ਕੁਝ ਜਿਹੜਾ ਐਕਸ਼ਨ ਹੈ ਉਹ ਦਿਖਾਉਣਾ ਪਊਗਾ ਡਾਕਟਰ ਖਾਲਿਦ? ਦੇਖੋ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਵੀ ਅਧਿਕਾਰੀ ਉਹਦੇ ਬਿਹਾਫ ਤੇ ਇੱਥੇ ਕੰਮ ਕਰ ਰਹੇ ਪੰਜਾਬ ਦੇ ਵਿੱਚ, ਜਿੱਥੇ ਵੀ ਈਵੀਐਮਸ ਜਿਹੜੀਆਂ ਹੈਗੀਆਂ ਸਟੋਰਡ ਹੈਗੀਆਂ, ਇਲੈਕਸ਼ਨ ਕਮਿਸ਼ਨ ਦੇ ਉਹਨਾਂ ਅਧਿਕਾਰੀਆਂ ਨੂੰ ਟੂ ਦਾ ਬੈਸਟ ਸੈਟੀਸਫੈਕਸ਼ਨ ਆਫ ਜਿਨ੍ਹਾਂ ਨੇ ਲੈਟਰ ਲਿਖੀ ਹੈ ਜਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਜਾਂ ਉਹਨਾਂ ਦੇ ਨੁਮਾਇੰਦਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਸੈਟੀਸਫਾਈ ਕਰਨਾ ਬਣਨਾ ਚਾਹੀਦਾ। ਕਿਉਂਕਿ ਅਗਰ ਕੱਲ ਨੂੰ ਕੋਈ ਵੀ ਗੜਬੜ ਹੋ ਜਾਂਦੀ ਹੈ, ਰੱਬ ਨਾ ਕਰੇ, ਤਾਂ ਉਹਦੀ ਸਾਰੀ ਜ਼ਿੰਮੇਵਾਰੀ ਉਹਨਾਂ ਪਰ ਹੋਏਗੀ। ਇਹ ਕਹਿਣਗੇ ਕਿ ਇਸ ਤੋਂ ਪਹਿਲਾਂ ਸਤਰਕ ਕਰਤਾ ਥਾ ਜੀ, ਦੇਖੋ ਇਹਨਾਂ ਨੇ ਕੋਈ ਐਕਸ਼ਨ ਨਹੀਂ ਲੈਤਾ। ਇਸ ਚੋਂ ਬਚਣ ਵਾਸਤੇ ਉਹਨਾਂ ਨੂੰ ਇਹਨਾਂ ਦੀ ਸੈਟੀਸਫੈਕਸ਼ਨ ਜ਼ਰੂਰ ਕਰਨੀ ਚਾਹੀਦੀ ਹੈ। ਇਹਨਾਂ ਦੀ ਇਹ ਨਹੀਂ, ਬਲਕਿ ਜਿੰਨੇ ਵੀ ਰਿਪਰੈਜ਼ੈਂਟੇਟਿਵ ਹੈ ਪੋਲੀਟੀਕਲ ਪਾਰਟੀਆਂ ਦੇ ਉਸ ਇਲਾਕੇ ਦੇ ਜਾਂ ਜਿਨ੍ਹਾਂ ਨੂੰ ਡੈਪਿਊਟ ਕੀਤਾ ਹੋਇਆ ਕੈਂਡੀਡੇਟਸ ਨੇ, ਉਹਨਾਂ ਦੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ। ਨਹੀਂ ਡਾਕਟਰ ਖਾਲਿਦ, ਇਹਨਾਂ ਨੂੰ ਕਹਿਣਾ ਕਿਉਂ ਪੈ ਰਿਹਾ? ਦੇਖੋ ਕਹਿਣਾ ਇਸ ਕਰਕੇ ਪੈ ਰਿਹਾ, ਉਹਨਾਂ ਨੇ ਪੁਆਇੰਟ ਆਊਟ ਕੀਤੇ ਹੈ ਕਿ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਲੱਗੀਆਂ, ਕਿਉਂਕਿ ਦੇਖੋ 3 ਦਿਨ ਹੋ ਗਏ ਇਲੈਕਸ਼ਨ ਹੋਏ ਨੂੰ, ਉਸ ਤੋਂ ਬਾਅਦ ਅਗਲਾ ਕਹਿੰਦੇ ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ ਜਦ ਦੇਖਿਆ ਨਹੀਂ ਹੋ ਰਿਹਾ ਤਾਂ ਉਹਨਾਂ ਨੇ ਲੈਟਰ ਲਿਖਤੀ। ਔਰ ਉਹ ਲੈਟਰ ਲਿਖਣ ਦੇ ਵਿੱਚ ਆਪਾਂ ਨੂੰ ਕੋਈ ਉਹ ਨਹੀਂ ਹੋਣਾ ਚਾਹੀਦਾ। ਫਿਰ ਇਹ ਹੈ ਉਹ ਲੈਟਰ ਵੇਗ ਨਹੀਂ ਹੈ, ਬਲਕਿ ਸਪੈਸੀਫਿਕ ਐਗਜ਼ਾਮਪਲਸ ਦਿੱਤੀਆਂ ਹੋਈਆਂ, ਜਿਹਦੀ ਵਜ੍ਹਾ ਕਰਕੇ ਇਹ ਨਹੀਂ ਹੈ ਵੀ ਤੁਸੀਂ ਇੱਕ ਜਰਨਲ ਚਿੱਠੀ ਕੱਢਤੀ। ਉਹ ਉਹਨਾਂ ਨੇ ਮਹਿਸੂਸ ਕੀਤਾ, ਉਹ ਲਿਖਤਾ ਐਂਡ ਉਹਨੂੰ ਐਡਰੈਸ ਕਰਨਾ ਚਾਹੀਦਾ। ਆਮ ਆਦਮੀ ਪਾਰਟੀ ਨੂੰ ਸ਼ਾਬਾਸ਼ ਦੇ ਦਈਏ, ਵੈਲਕਮ ਕਰ ਦਈਏ, ਫਿਰ ਸਮਾਪਤ ਕਰੀਏ ਡਿਬੇਟ? ਨਹੀਂ ਆਮ ਆਦਮੀ ਵੈਲਕਮ ਦੀ ਗੱਲ ਨਹੀਂ ਹੈ, ਗੱਲ ਹੈ ਉਹਨਾਂ ਨੇ ਆਪਣਾ ਜਿਹੜਾ ਹੈਗਾ ਪੂਰਾ ਕੀਤਾ ਹੈ, ਦਾਇਤਵ ਫਰਜ਼ ਪੂਰਾ ਕੀਤਾ ਹੈ। ਬਾਕੀ ਪੋਲੀਟੀਕਲ ਪਾਰਟੀਆਂ ਨੂੰ ਔਰ ਇਹਨਾਂ ਨੂੰ ਸੈਟੀਸਫਾਈ ਕਰਨਾ ਚਾਹੀਦਾ ਇਲੈਕਸ਼ਨ ਕਮਿਸ਼ਨ ਦੇ ਰਿਪਰੈਜ਼ੈਂਟੇਟਿਵਸ ਨੂੰ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਬਹੁਤ ਧੰਨਵਾਦ ਡਾਕਟਰ ਖਾਲਿਦ ਤੁਹਾਡਾ। ਡਾਕਟਰ ਬੂਟਾ ਸਿੰਘ ਬੈਰਾਗੀ ਤੁਹਾਡਾ ਬਹੁਤ ਧੰਨਵਾਦ। ਅਹਿਬਾਬ ਸਿੰਘ ਗਰੇਵਾਲ ਤੁਹਾਡਾ ਬਹੁਤ ਧੰਨਵਾਦ। ਅਮਨਜੋਤ ਕੌਰ ਰਾਮੋਲੀਆ ਤੁਹਾਡਾ ਬਹੁਤ ਧੰਨਵਾਦ। ਈਵੀਐਮ ਸੇ ਕਿਹੜਾ ਪੈਰਾ ਚਾਹੁੰਦੀ ਹੈ ਪੋਲਿਟਿਕਸ? ਸਵਾਲ ਇਹੀ ਹੈ। ਅਸੀਂ ਸਵਾਲ ਪੁੱਛਿਆ ਸੀ ਈਵੀਐਮ ਬਹਾਨੇ ਕਿਸ ਦੇ ਕੀ ਨਿਸ਼ਾਨੇ ਹੈ। ਈਵੀਐਮ ਦੀ ਸਿਕਿਉਰਿਟੀ, ਇੰਟਰਨਲ ਸਿਕਿਉਰਿਟੀ ਤੇ ਈਵੀਐਮ ਦੇ ਸਟਰੋਂਗ ਰੂਮ ਵਾਲੀ ਸਿਕਿਉਰਿਟੀ, ਇਹ ਦੋ ਚੀਜ਼ਾਂ ਵਿੱਚ ਬਹੁਤ ਫਰਕ ਹੈਗਾ। ਤੇ ਸੂਬਾ ਸਰਹੱਦ ਵਾਲਾ ਤੇ ਉਹਦੀ ਸੁਰੱਖਿਆ ਉਹ ਇੱਕ ਵੱਖਰਾ ਟੌਪਿਕ ਹੈਗਾ। ਸਾਰੇ ਟੌਪਿਕ ਰਲ ਗੱਡ ਨਹੀਂ ਹੋਣੇ ਚਾਹੀਦੇਗੇ। ਇਸ ਕਰਕੇ ਅਸੀਂ ਸੁਰੱਖਿਆ ਦੀ ਗੱਲ ਵੀ ਕੀਤੀ, ਈਵੀਐਮ ਦੀ ਗੱਲ ਵੀ ਕੀਤੀ ਤੇ ਉਸ ਪੋਲਿਟਿਕਸ ਦੀ, ਉਸ ਸਿਆਸਤ ਦੀ ਗੱਲ ਵੀ ਕੀਤੀ, ਤਾਂ ਜੋ ਤੁਹਾਨੂੰ ਸਿੱਧਾ ਸਮਝ ਆ ਸਕੇ ਕਿ ਬਹਾਨਾ ਕੀ ਹੈ ਤੇ ਕੌਣ ਨਿਸ਼ਾਨਾ ਕੀ ਲਾਉਣਾ ਚਾਹੁੰਦਾ। ਸਵਾਲ ਇਹੀ ਹੈ। ਤੇ 10 ਮਾਰਚ ਤੱਕ ਇੱਦਾਂ ਹੀ ਹੁੰਦਾ ਰਹੂਗਾ, ਕਦੇ ਕੋਈ ਚਿੱਠੀ ਆਊਗੀ, ਕਦੇ ਕੋਈ ਮੁੱਦਾ ਉੱਠੂਗਾ, ਪਰ 10 ਮਾਰਚ ਨੂੰ ਤੁਸੀਂ ਦੱਸਣਾ ਹੈਗਾ ਕਿ ਤੁਸੀਂ ਕਿਹੜੇ ਮੁੱਦੇ ਤੇ ਵੋਟ ਕੀਤੀ ਸੀ ਤੇ ਫੈਸਲਾ ਕਿਹਦੇ ਹੱਕ ਵਿੱਚ ਆਇਆ। ਉਦੋਂ ਤੱਕ ਇਹ ਚਰਚਾਵਾਂ ਇੱਦਾਂ ਹੀ ਹੁੰਦੀਆਂ ਰਹਿਣਗੀਆਂ, ਪਰ ਇਹ ਸੀਰੀਅਸ ਕੰਸਰਨ ਹੈ। ਇਸ ਇਸ਼ੂ ਨੂੰ ਇਲੈਕਸ਼ਨ ਕਮਿਸ਼ਨ ਕਿਵੇਂ ਐਡਰੈਸ ਕਰਦਾ, ਅਸੀਂ ਉਹ ਤਾਂ ਇੰਤਜ਼ਾਰ ਕਰ ਰਹੇ। ਬਹੁਤ ਧੰਨਵਾਦ।